वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वड भागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव पातशाह महाराज जी का है। प्रसंग है सतगुरु धरत लुकाई नूं सोधन वास्ते जगत जलंदे नूं ठारन वास्ते पहला सुल्तानपुर साहब तो चले सन। एमनाबाद तो वापस तलवंडी आए। हुण तलवंडी तो चल के फिर एमनाबाद आउंदे ने 5 दिन भाई लालो दे घर ठहरते ने। फिर सतगुरु जी काबरू देश कामरूप देश आए जिसनों अज की तरीक विच आपां आसाम कहने आ। सतगुरु जी ढाके बंगाले दे वास्ते चले ने। इत्थे इस नगर का नाम धनपुर गिरा करके जो ढाके तो 5 मील दूर है। इत्थे सतगुरु जदों पहुँचे भाई मरदाना जी नूं उत्थों दियां जड़ियां जादूगरनियां इस्त्रियां सी उन्होंने भेडू बना लिया। सतगुरु जी ने जिथे भाई मरदाने नूं छड़वाया उत्थे उन्हां इस्त्रियां नूं सजा दिती। उन्हां दे कुकर्म करके 2 इस्त्रियां विचों एक भेड़ बन गई, एक कुकर बन गई। फिर उन्होंने घर वालिया ने भुल्लां बख्शाइयां तो सतगुरा ने कहा भाई वादा करो अगे तो रब दे रस्ते चलोगे। फिर उन्होंने चरण पाउण लई सिक्खी धारण की। इत्थे उन्होंने वड्डी धर्मशाला बनाई और धर्मशाला दे विच बैठ
ਫਿਰ ਪਰਮੇਸ਼ਰ ਦੀ ਸਿਫਤ ਸਲਾਹ ਬੰਦਗੀ ਭਗਤੀ ਸ਼ੁਰੂ ਕੀਤੀ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ ਕਿ ਨਿਤ ਵਾਹਿਗੁਰੂ ਮੁਖ ਨਾਮ ਜਪੋ ਅਰਦਾਸ ਤਿਹਾਵਲ ਕੀ ਕਰੀਐ, ਮਨ ਕਾਮਨਾ ਪੂਰਨ ਹੋਵੇਗੀ, ਹਰ ਕੀਰਤ ਪ੍ਰੀਤ ਹਿਰਦੇ ਧਰੀਐ, ਸਤ ਸੰਗਤ ਸੋ ਮਿਲ ਕਾਲ ਬਤਾਵੋ, ਮੈਲ ਅਮੰਗਲ ਕੀ ਹਰੀਐ, ਇਹ ਭਾਂਤ ਦਇਓ ਉਪਦੇਸ਼ ਤਿਨੇ ਪੁਨ ਆਪ ਚੱਲੇ ਪਿਖ ਜਾਂ ਤਰੀਐ। ਇਹ ਉਪਦੇਸ਼ ਦਿੱਤਾ ਕਿ ਭਾਈ ਰੋਜ਼ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਹੈ, ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਵੱਧ ਤੋਂ ਵੱਧ ਸਮਾਂ ਸੰਗਤ ਵਿੱਚ ਗੁਜ਼ਾਰਨਾ ਹੈ। ਇਹਦੇ ਨਾਲ ਜਿਹੜੇ ਤੁਹਾਡੇ ਜੀਵਨ ਵਿੱਚ ਅਮੰਗਲ ਨੇ ਉਹ ਖਤਮ ਹੋ ਜਾਣਗੇ, ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ। ਇਹ ਭਾਂਤ ਦਇਓ ਉਪਦੇਸ਼ ਤਿਨੈ ਪੁਨ ਆਪ ਚੱਲੇ ਪਿਖ ਜਾਂ ਤਰੀਐ। ਇੱਥੋਂ ਫਿਰ ਸਤਿਗੁਰੂ ਜੀ ਅੱਗੇ ਪ੍ਰਸਥਾਨ ਕਰਦੇ ਨੇ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਅਸ ਪ੍ਰਕਾਰ ਕੀ ਸੋ ਮਹਤ ਦੇ, ਅਨੰਤ ਦੇਸ਼ ਜਗ ਤੇਸ਼। ਇਦਾਂ ਦੀ ਮਤ ਸਮਤ ਦੇ ਕੇ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਇਥੋਂ ਕਾਵਰੂ ਦੇਸ਼ ਤੋਂ ਅੱਗੇ ਚੱਲਦੇ ਨੇ ਹੋਰ ਦੂਸਰੇ ਦੇਸ਼ ਵੱਲ, ਅਨੰਤ ਦੇਸ਼। ਜਗਤੇਸ਼, ਜਗਤੇਸ਼ ਤੋਂ ਅਰਥ ਹੈ ਜਗਤ ਦੇ ਈਸ਼ਵਰ, ਜਗਤ ਦੇ ਮਾਲਕ ਗੁਰੂ ਨਾਨਕ ਅੱਗੇ ਚੱਲੇ ਨੇ। ਹਾਂਜੀ। ਗਵਨੇ ਪੂਰਨ ਕਾਮਨਾ, ਜੋ ਸ਼ਿਵ ਨਾਭ ਨਰੇਸ਼। ਸਤਿਗੁਰੂ ਜੀ ਹੁਣ ਚੱਲੇ ਨੇ ਸੰਗਲਾਦੀਪ। ਉੱਥੋਂ ਦਾ ਰਾਜਾ ਹੈ ਸ਼ਿਵਨਾਭ। ਰਾਜੇ ਸ਼ਿਵਨਾਭ ਦੀਆਂ ਕਾਮਨਾ ਪੂਰੀਆਂ ਕਰਨੀਆਂ ਚਾਹੁੰਦੇ ਨੇ, ਉਹਦੀ ਇੱਛਾ, ਕਿਉਂਕਿ ਉਹ ਦਿਨ ਰਾਤ ਗੁਰੂ ਨਾਨਕ ਜੀ ਨੂੰ ਸਿਮਰਦਾ ਹੈ। ਹਾਂਜੀ। ਸ਼੍ਰੀ ਗੁਰ ਪਦ ਨਖ ਕਾਂਤ ਜੇ, ਰੁਚਕ ਚੰਦਰ ਕਾ ਮਾਣ। ਗੁਰੂ ਨਾਨਕ ਦੇ ਪਿਤਾ ਜੀ ਦੇ ਸੁੰਦਰ ਚਰਨ ਨੇ, ਸੁੰਦਰਾਂ ਦੇ ਜਿਹੜੇ ਚਰਨਾਂ ਦੇ ਨਾਖੁਨ ਨੇ ਉਹ ਉਸ ਤੋਂ ਵੀ ਸੁੰਦਰ ਨੇ। ਉਹਨਾਂ ਦੀ ਸੁੰਦਰਤਾ ਇਉਂ ਹੈ ਕਿ ਮਾਨੋ ਜਿਵੇਂ ਚੰਦਰਮਾ ਦੀ ਚਾਨਣੀ ਹੋਵੇ। ਹਾਂਜੀ। ਘਰ ਚਕੋਰ ਮਨ ਆਪਣੋ, ਕਹੂੰ ਕਥਾ ਗਤ ਦਾਨ। ਕਵੀ ਜੀ ਕਹਿੰਦੇ ਨੇ ਮੈਂ ਆਪਣੇ ਮਨ ਨੂੰ ਬਣਾ ਕੇ ਚਕੋਰ, ਗੁਰੂ ਦੇ ਚਰਨਾਂ ਨੂੰ ਬਣਾ ਕੇ ਚੰਦਰਮਾ ਦੀ ਚਾਨਣੀ, ਭਾਵ ਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਟਿਕਾ ਕੇ ਚਕੋਰ ਦਾ ਤੇ ਚੰਦਰਮਾ ਦਾ ਇੱਕ ਪੱਖ ਬਹੁਤ ਬਾਰ-ਬਾਰ ਜਿਹੜਾ ਹੈ ਉਹ ਕਥਨ ਕੀਤਾ ਜਾਂਦਾ ਹੈ ਕਿ ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਚਕੋਰ ਜਿਹੜੀ ਹੈ ਉਹ ਚੰਦਰਮਾ ਦੇ ਨਾਲ ਟਿਕੀ ਲਗਾ ਕੇ ਬੈਠੀ ਰਹਿੰਦੀ ਹੈ। ਚੰਦਰਮਾ ਜੇ ਆਪਣੀ ਦਿਸ਼ਾ ਵੀ ਬਦਲ ਜਾਏ ਤਾਂ ਚਕੋਰ ਆਪਣੇ ਆਪ ਨੂੰ ਹਿਲਾਉਂਦੀ ਨਹੀਂ, ਜਿੱਥੇ ਬੈਠੀ ਹੁੰਦੀ ਹੈ ਨਾ। ਚੰਦਰਮਾ ਪੂਰਬ ਤੋਂ ਪੱਛਮ ਵੱਲ ਚਲਾ ਜਾਏ, ਪੱਛਮ ਤੋਂ ਪੂਰਬ ਵੱਲ ਚਲਾ ਜਾਏ, ਚਕੋਰ ਆਪਣਾ ਜਿੱਥੇ ਬੈਠ ਕੇ ਉਸ ਨੂੰ ਵੇਖਦੀ ਹੈ ਉਹ ਥਾਂ ਨਹੀਂ ਬਦਲਦੀ। ਉਹਨੂੰ ਇੱਦਾਂ ਲੱਗਦਾ ਕਿ ਜੇ ਮੈਂ ਉੱਠ ਕੇ ਥੋੜ੍ਹੀ ਜਿਹੀ ਘੁੰਮਣ ਲੱਗੀ ਉਹ ਨਾ ਹੋਵੇ ਚੰਦਰਮਾ ਹੀ ਗਵਾਚ ਜਾਏ। ਉਹ ਫਿਰ ਸਾਰੀ ਰਾਤ ਆਪਣੀ ਗਰਦਨ ਘੁਮਾਉਂਦੀ ਰਹਿੰਦੀ ਹੈ, ਆਪਣੀ ਧੌਣ ਮਰੋੜਦੀ ਰਹਿੰਦੀ, ਨਾਲ ਨਾਲ ਉਹਨੂੰ ਮੋੜਦੀ ਰਹਿੰਦੀ ਤਾਂ ਆਪਣੀ ਧੌਣ ਨੂੰ, ਗਰਦਨ ਨੂੰ। ਪਰ ਆਪ ਉੱਠ ਕੇ ਚੰਦਰਮਾ ਵਾਲੇ ਪਾਸੇ ਆਪਣੀ ਦਿਸ਼ਾ ਬਦਲਣ ਦੀ ਕੋਸ਼ਿਸ਼ ਨਹੀਂ ਕਰਦੀ ਕਿ ਮਤਾਂ ਕਿਤੇ ਮੈਂ ਇੱਥੋਂ ਉੱਠਾਂ, ਘੁੰਮਣ ਲੱਗਾ, ਇਹਨੇ ਨੂੰ ਚੰਦਰਮਾ ਹੀ ਗਵਾਚ ਜਾਏ, ਮੁੜ ਕੇ ਮੈਨੂੰ ਦਿਸੇ ਹੀ ਨਾ। ਤਾਂ ਕਵੀ ਜੀ ਵੀ ਕਹਿੰਦੇ ਨੇ ਮੇਰਾ ਮਨ ਚਕੋਰ ਵਰਗਾ ਹੈ,
ਗੁਰੂ ਦੇ ਚਰਨਾਂ ਦੇ ਨਾਖੁਨ ਚੰਦਰਮਾ ਵਰਗੇ ਨੇ। ਮੈਂ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਮੁਕਤੀ ਦੇ ਦਾਤੇ ਗੁਰੂ ਨਾਨਕ ਦੀ ਜੋ ਅਗਲੀ ਕਥਾ ਹੈ ਮੈਂ ਉਹ ਕਥਨ ਕਰਦਾ। ਹਾਂਜੀ। ਅਬ ਸ਼੍ਰੀ ਨਾਨਕ ਕੀਨ ਪਿਆਨਾ, ਮੈਂ ਪੁਨ ਸੰਗ ਦੁਤੀਐ ਮਰਦਾਨਾ। ਅੱਗੇ ਅੱਗੇ ਗੁਰੂ ਨਾਨਕ ਦੇ ਪਿਤਾ ਜੀ ਚੱਲਦੇ ਨੇ, ਮਗਰ ਮਗਰ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਤੁਰਦੇ ਨੇ, ਚੱਲਦੇ ਨੇ। ਦੇਹ ਕਰ ਕਿਤਕ ਥਾਨ ਉਪਦੇਸ਼ਾ, ਸਿਮਰੋ ਸਤ ਨਾਮ ਜਗਤੇਸ਼ਾ। ਕਿਤਨੇ ਹੀ ਥਾਂ ਸਤਿਗੁਰੂ ਜੀ ਨੇ ਫਿਰ ਉਧਾਰੇ ਨੇ। ਉਹਨਾਂ ਥਾਵਾਂ ਦੇ ਲੋਕਾਂ ਦੀ ਮੁਕਤੀ ਕੀਤੀ ਹੈ, ਲੋਕਾਂ ਦਾ ਭਲਾ ਕੀਤਾ ਹੈ, ਲੋਕਾਂ ਦੇ ਉੱਤੇ ਪਰਉਪਕਾਰ ਕੀਤੇ ਨੇ। ਦੇ ਕਰ ਕਿਤਕ ਥਾਨ ਉਪਦੇਸ਼ਾ, ਜਿੱਥੇ ਵੀ ਸਤਿਗੁਰੂ ਗਏ ਨੇ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ ਹੈ, ਗਿਆਨ ਦਿੱਤਾ ਹੈ। ਕਿਉਂਕਿ ਗੁਰੂ ਜੀ ਦੀ ਜਿਹੜੀ ਆਮਦ ਹੈ ਉਹ ਹੈ ਹੀ ਇਸ ਕਰਕੇ ਹੈ ਕਿ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਪਰਮੇਸ਼ਰ ਨੇ ਧਰਤੀ ਦੇ ਜੀਵਾਂ ਦੀ ਪੁਕਾਰ ਸੁਣੀ ਹੈ, ਇਸੇ ਕਰਕੇ ਉਹਨਾਂ ਨੇ ਗੁਰੂ ਨਾਨਕ ਨੂੰ ਇਸ ਮਾਤ ਲੋਕ ਦੇ ਵਿੱਚ ਭੇਜਿਆ ਹੈ। ਤੇ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਨੇ ਦੁਨੀਆ ਦੀ ਇਸ ਤਰਾਸਦੀ ਨੂੰ ਵੇਖਿਆ ਤਾਂ ਫਿਰ ਧਰਤ ਲੁਕਾਈ ਨੂੰ ਸੋਧਣ ਵਾਸਤੇ ਸਤਿਗੁਰੂ ਨੇ ਯਾਤਰਾਵਾਂ ਸ਼ੁਰੂ ਕੀਤੀਆਂ। ਤੋ ਜਿੱਥੇ ਜਿੱਥੇ ਸਤਿਗੁਰੂ ਜੀ ਗਏ ਨੇ ਉਹ ਧਰਤੀ ਹਰਿਆਵਲੀ ਹੋ ਗਈ, ਉਹ ਜੀਵ ਜੰਤ ਹਰਿਆਵਲੇ ਹੋ ਗਏ। ਇਹ ਤਾਂ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਉਹ ਧਰਤੀ ਵੀ ਪੂਜਣ ਯੋਗ ਹੋ ਗਈ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ, ਚਲਤ ਚਲਤ ਸਾਗਰ ਪੁਨ ਆਵਾ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ, ਕਈ ਪਿੰਡ ਆਏ, ਕਈ ਸ਼ਹਿਰ ਆਏ। ਸਤਿਗੁਰੂ ਜੀ ਨੇ ਸਭ ਨੂੰ ਸ਼ੁਭ ਮਾਰਗ ਦਾ ਉਪਦੇਸ਼ ਦਿੱਤਾ। ਚਲਤ ਚਲਤ ਸਾਗਰ ਪੁਨ ਆਵਾ, ਚੱਲਦਿਆਂ ਚੱਲਦਿਆਂ ਸਮੁੰਦਰ ਆ ਗਿਆ, ਸਾਗਰ ਆ ਗਿਆ। ਹੁਣ ਇਸ ਤੋਂ ਅੱਗੇ ਸਮੁੰਦਰ ਸ਼ੁਰੂ ਹੁੰਦਾ ਹੈ। ਚੱਲਦੇ ਚੱਲਦੇ ਸਤਿਗੁਰੂ ਸਾਰੀ ਧਰਤੀ ਉਲੰਘੀ ਹੈ, ਸਮੁੰਦਰ ਦੇ ਕਿਨਾਰੇ ਪਹੁੰਚੇ ਨੇ। ਹਾਂਜੀ। ਜਾਏ ਭਏ ਠਾਂਡੇ ਤਹਿ ਤੀਰਾ, ਬੋਲੇ ਸ਼੍ਰੀ ਮੁਖ ਵਾਕ ਗੰਭੀਰਾ। ਜਦੋਂ ਸਮੁੰਦਰ ਦੇ ਕੰਢੇ ਚਲੇ ਗਏ ਤਾਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖ ਤੋਂ ਇਹ ਬਚਨ ਆਖੇ ਨੇ, ਆਪਣੇ ਮੁਖ ਤੋਂ ਇਹ ਗੰਭੀਰ ਬੜੇ ਡੂੰਘੇ ਵਾਕ ਸਤਿਗੁਰੂ ਜੀ ਨੇ ਉਚਾਰੇ ਨੇ। ਹਾਂਜੀ। ਕਹੂ ਬਾਲਾ ਸਾਗਰ ਅਸਗਾਹ, ਕਹੂ ਨ ਪਈਅਤ ਇਹ ਕੋ ਥਾਹ। ਸਤਿਗੁਰੂ ਕਹਿਣ ਲੱਗੇ, ਭਾਈ ਬਾਲਿਆ ਸਮੁੰਦਰ ਤੇ ਬਹੁਤ ਡੂੰਘਾ ਹੈ ਤੇ ਸਮੁੰਦਰ ਦਾ ਥਾਂ ਵੀ ਕੋਈ ਨਹੀਂ, ਪਤਾ ਵੀ ਕੋਈ ਨਹੀਂ ਕਿ ਕਿੰਨਾ ਕੁ ਡੂੰਘਾ ਹੈ। ਸਮੁੰਦਰ ਦਾ ਥਾਂ ਜਿਹੜਾ ਹੈ, ਅੰਤ ਜਿਹੜਾ ਹੈ, ਉਹ ਜਾਣਿਆ ਨਹੀਂ ਜਾ ਸਕਦਾ। ਸਮੁੰਦਰ ਦੀ ਡੂੰਘਾਈ ਨੂੰ ਮਾਪਿਆ ਨਹੀਂ ਜਾ ਸਕਦਾ। ਹਾਂਜੀ। ਜਾਣੋ ਪਾਰ ਚਹਿਤ ਹਮ ਮਨ ਮੈਂ, ਕਿਸ ਪ੍ਰਕਾਰ ਗਮਣੇ ਅਬ ਬਨ ਮੈਂ। ਜਾਣੋ ਪਾਰ ਚਹਿਤ ਹਮ ਮਨ ਮੈਂ, ਤੇ ਆਪਾਂ ਤਾਂ ਭਾਈ ਮਰਦਾਨਿਆ ਸਮੁੰਦਰ ਨੂੰ ਪਾਰ ਕਰਨਾ ਹੈ, ਆਪਾਂ ਤਾਂ ਸਮੁੰਦਰ ਉਲੰਘਣਾ ਹੈ, ਸਮੁੰਦਰ ਤੋਂ ਪਾਰ ਜਾਣਾ ਹੈ। ਕਿਵੇਂ ਕੀਤਾ ਜਾਏ? ਕਿਸ ਪ੍ਰਕਾਰ ਗਮਨੇ ਅਬ ਬਨ ਮੈਂ, ਹੁਣ ਆਪਾਂ ਕਿਵੇਂ ਜਾਈਏ? ਇਸ ਪਾਣੀ ਦੇ ਵਿੱਚੋਂ ਲੰਘਣ ਦਾ ਤਰੀਕਾ ਕੀ ਹੋ ਸਕਦਾ ਹੈ? ਕੀ ਜੁਗਤੀ ਹੋ ਸਕਦੀ, ਕੀ ਢੰਗ ਹੋ ਸਕਦਾ ਹੈ ਕਿ ਇਸ ਜਗ੍ਹਾ ਤੋਂ ਉਲੰਘਿਆ ਜਾਏ ਤਾਂ ਕਿ ਆਪਾਂ ਜਿੱਥੇ ਜਾਣਾ ਹੈ ਉਸ ਆਪਣੀ ਮੰਜ਼ਿਲ ਤੇ ਪਹੁੰਚੀਏ। ਹਾਂਜੀ।
ਨਿਕਟ ਨ ਕੋ ਅਬ ਆਏ ਜਹਾਜਾ, ਜਾਂ ਤੇ ਪਾਰ ਜਾਣ ਹਵੈ ਕਾਜਾ। ਤੇ ਮਰਦਾਨਿਆਂ ਲਾਗੇ ਕੋਈ ਜਹਾਜ਼ ਵੀ ਨਹੀਂ ਨਜ਼ਰ ਆਉਂਦਾ ਕਿ ਜਿਸ ਜਹਾਜ਼ ਤੇ ਬੈਠ ਕੇ ਆਪਾਂ ਇਸ ਸਮੁੰਦਰ ਨੂੰ ਪਾਰ ਕਰ ਸਕਦੇ ਹੋਈਏ। ਇਸ ਕਰਕੇ ਨਿਕਟ ਨਾ ਕੋ ਅਬ ਆਏ ਜਹਾਜ਼ਾ, ਜਾਂ ਤੇ ਪਾਰ ਜਾਣ ਹਵੈ ਕਾਜਾ। ਤੇ ਕਾਰਜ ਆਪਣਾ ਇਹ ਹੈ ਕਿ ਆਪਾਂ ਨੇ ਸਮੁੰਦਰ ਪਾਰ ਕਰਨਾ ਹੈ। ਤੇ ਪਾਰ ਕਰਨ ਦੇ ਜਿਹੜੇ ਸਾਧਨ ਨੇ, ਦੇਖੋ ਛੋਟੀਆਂ ਬੇੜੀਆਂ, ਛੋਟੀਆਂ ਨਦੀਆਂ ਦਰਿਆਵਾਂ ਵਿੱਚ ਚੱਲਦੀਆਂ ਨੇ। ਸਮੁੰਦਰਾਂ ਦੇ ਵਿੱਚ ਬੇੜੀਆਂ ਨਹੀਂ, ਉੱਥੇ ਵੱਡੇ ਬੇੜੇ ਚੱਲਦੇ ਨੇ, ਵੱਡੇ ਵੱਡੇ ਸਮੁੰਦਰੀ ਜਹਾਜ਼ ਚੱਲਦੇ ਨੇ। ਤੇ ਸਤਿਗੁਰੂ ਕਹਿਣ ਲੱਗੇ ਜਹਾਜ਼ ਤਾਂ ਭਾਈ ਕੋਈ ਨਜ਼ਰ ਹੀ ਨਹੀਂ ਆਉਂਦਾ ਜਿਸ ਦੇ ਉੱਪਰ ਬੈਠ ਕੇ ਇਸ ਸਮੁੰਦਰ ਨੂੰ, ਦਰਿਆ, ਇਸ ਵੱਡੇ ਸਾਗਰ ਨੂੰ ਪਾਰ ਕੀਤਾ ਜਾਵੇ। ਤੂੰ ਸਿਆਣੋ ਕਛ ਮਸਲਤ ਦੀਜੈ, ਜਿਸ ਪ੍ਰਕਾਰ ਤੇ ਗਮਨ ਕਰੀਜੈ। ਫਿਰ ਸਤਿਗੁਰੂ ਪੁੱਛਦੇ ਨੇ, ਭਾਈ ਬਾਲੇ ਤੂੰ ਦੱਸ, ਸਿਆਣਾ ਆਦਮੀ ਹੈ ਭਾਈ, ਕੋਈ ਮਸਲਤ, ਕੋਈ ਵਿਚਾਰ, ਕੀ ਤਰੀਕਾ ਹੋ ਸਕਦਾ ਹੈ, ਕਿਹੜੀ ਜੁਗਤ ਅਪਣਾਈ ਜਾਵੇ ਕਿ ਸਮੁੰਦਰ ਆਪਾਂ ਪਾਰ ਲੰਘ ਸਕੀਏ। ਸੁਣੀਐ ਸ਼੍ਰੀ ਅੰਗਦ ਗਤ ਦਾਨੀ, ਗੁਰ ਸੋ ਮੈਂ ਬੋਲਿਓ ਅਸਬਾਨੀ। ਤਦੋਂ ਹੇ ਗੁਰੂ ਅੰਗਦ ਸਾਹਿਬ ਸੁਣੋ, ਇਹ ਜ਼ਰੂਰ ਆਪਣੇ ਜਿਹਨ ਦਿਮਾਗ ਵਿੱਚ ਰੱਖਣਾ, ਜਿਹੜੀ ਕਥਾ ਆਪਾਂ ਇੱਥੇ ਬੈਠ ਕੇ ਸੁਣ ਰਹੇ ਹਾਂ, ਇਹ ਕਥਾ ਲਿਖੀ ਕਿੱਥੇ ਗਈ, ਇਹ ਕਥਾ ਸੁਣਾਈ ਕਿੱਥੇ ਗਈ। ਜਿਹੜਾ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੈ, ਉਹਦੀ ਉਥਾਨਕਾ ਕੀ ਹੈ? ਉਥਾਨਕਾ ਇਹ ਹੈ ਕਿ ਇੱਕ ਦਿਨ ਖਡੂਰ ਸਾਹਿਬ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਆਖੇ ਸਨ ਕਿ ਭਾਈ ਕੋਈ ਸਿੱਖ ਹੈ ਜਿਹੜਾ ਸਾਨੂੰ ਸਾਡੇ ਸਤਿਗੁਰਾਂ ਦੀ, ਵੱਡੇ ਸਤਿਗੁਰਾਂ ਦੀ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਵੇ। ਤਾਂ ਸਿੱਖਾਂ ਨੇ ਆਖਿਆ ਸੀ, ਹਾਂ ਮਹਾਰਾਜ ਭਾਈ ਬਾਲਾ ਸੁਣਾ ਸਕਦਾ। ਤੋ ਇੱਥੇ ਵੀ ਜ਼ਿਕਰ ਆਉਂਦਾ ਹੈ ਕਿ ਭਾਈ ਬਾਲੇ ਨੇ ਆਖਿਆ, ਸੁਣੀਏ ਸ਼੍ਰੀ ਅੰਗਦ ਗਤ ਦਾਨੀ, ਗੁਰ ਸੋ ਮੈਂ ਬੋਲਿਓ ਅਸ ਬਾਨੀ। ਜਦੋਂ ਗੁਰੂ ਜੀ ਨੇ ਕਿਹਾ ਵੀ ਤੂੰ ਦੱਸ, ਕਹਿਣ ਲੱਗੇ ਫਿਰ ਮੈਂ ਇਸ ਤਰ੍ਹਾਂ ਹੱਥ ਜੋੜੇ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ। ਹਾਂਜੀ। ਜੋ ਪਾਹਣ ਲੈ ਔਰ ਡੁਬੰਤੇ, ਤੁਮਰੇ ਬਚਨ ਸੋ ਤੁਰੰਤ ਤੁਰੰਤੇ। ਆਖਿਆ ਮਹਾਰਾਜ ਦੁਨੀਆ ਦੇ ਵਿੱਚ ਪੱਥਰ ਆਪ ਵੀ ਡੁੱਬਦਾ ਹੈ। ਕੋਈ ਪੱਥਰ ਦਾ ਸਹਾਰਾ ਲਵੇ ਤੇ ਉਹ ਵੀ ਡੁੱਬ ਜਾਂਦਾ ਹੈ। ਪੱਥਰ ਦਾ ਜੇ ਕੋਈ ਸਹਾਰਾ ਲਵੇ ਤੇ ਉਹ ਵੀ ਡੁੱਬਦਾ ਹੈ। ਇਸ ਕਰਕੇ ਮਹਾਰਾਜ ਜੋ ਪਾਹਣ ਲੈ ਔਰ ਡੁਬੰਤੇ, ਤੁਮਰੇ ਬਚਨਨ ਤੇ ਸੋ ਤਰੰਤੇ। ਤੇ ਜੇ ਕਿਤੇ ਤੁਹਾਡੇ ਬਚਨ ਹੋਣ ਤਾਂ ਮਨੁੱਖ ਵੀ ਤਰਦੇ ਨੇ ਤੇ ਪੱਥਰ ਵੀ ਤਰ ਸਕਦੇ ਨੇ। ਇੱਕ ਸ਼ਬਦ ਆਉਂਦਾ ਨਾ, ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰਾਂ ਨੂੰ ਵੀ ਤਾਰਨ ਦੀ ਤੁਹਾਡੇ ਬਚਨਾਂ ਦੇ ਵਿੱਚ ਸ਼ਕਤੀ ਹੈ, ਤਾਕਤ ਹੈ, ਸਮਰੱਥ ਹੈ। ਗਰੂਏ ਗਿਰ ਸਾਗਰ ਪਰ ਤਾਰੇ, ਮਾਨਵ ਕੀ ਕਿਆ ਗਣਤ ਉਚਾਰੇ। ਸਤਿਗੁਰੂ ਭਾਰੇ ਪੱਥਰ ਤਾਰ ਦਿਓ ਤੁਸੀਂ ਪਾਣੀ ਤੇ, ਸਮੁੰਦਰ ਤੇ, ਦਰਿਆ ਤੇ। ਮਨੁੱਖਾਂ ਦੀ ਕੀ ਬਾਤ ਹੈ? ਆਮ ਸਧਾਰਨ ਮਨੁੱਖ ਦੀ ਕੀ ਗੱਲ ਹੈ? ਉਹ ਤਾਂ ਕੁਝ ਵੀ ਨਹੀਂ। ਤੁਹਾਡਾ ਨਾਮ ਲੈ ਕੇ ਤਾਂ ਇਸ ਭਵ ਸਾਗਰ ਤੋਂ ਦੁਨੀਆ ਪਾਰ ਹੋ ਸਕਦੀ ਹੈ। ਹਾਂਜੀ। ਨਾਮ ਲੈ ਜੋ ਤੁਮ ਦਿਨ ਰਹਿਣਾ, ਸੋ ਭਵ ਜਲ ਲੰਘੇ ਸੁਖ ਚੈਨਾ। ਜੋ ਵਿਅਕਤੀ ਦਿਨ ਰਾਤ ਤੁਹਾਡਾ ਨਾਮ ਸਿਮਰੇਗਾ, ਉਹ ਕੇਵਲ ਸੰਸਾਰ ਦੇ ਇਹਨਾਂ ਵਿਖੜੇ ਮਾਰਗਾਂ ਤੋਂ ਹੀ ਸਫਲ ਨਹੀਂ ਚੱਲ ਪਾਏਗਾ, ਉਹ ਤਾਂ ਸੰਸਾਰ ਸਮੁੰਦਰ ਨੂੰ ਵੀ ਪਾਰ ਕਰ ਜਾਏਗਾ।
ਉਹਦੇ ਵਾਸਤੇ ਇਹ ਔਖੇ ਰਸਤੇ ਔਖੇ ਨਹੀਂ ਰਹਿਣਗੇ। ਉਹ ਤਾਂ ਭਵ ਸਾਗਰ ਨੂੰ, ਸੰਸਾਰ ਸਮੁੰਦਰ ਨੂੰ ਪਾਰ ਕਰ ਜਾਏਗਾ। ਤੁਸੀਂ ਕਿਰਪਾ ਕਰੋ ਕਿ ਜੋ ਲੈ ਨਾਮ ਤੁਮ ਦਿਨ ਰਹਿਣਾ, ਸੋ ਭਵ ਜਲ ਲੰਘੈ ਸੁਖ ਚੈਨਾ। ਬੜੇ ਸੁਖ ਵਿੱਚ, ਬੜੇ ਚੈਨ ਵਿੱਚ, ਬੜੇ ਆਰਾਮ ਵਿੱਚ ਉਹ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੇ ਨੇ। ਇਹ ਸਾਗਰ ਕਿਆ ਤਰਨ ਦੁਹੇਲਾ, ਤਾਰੋ ਭਵ ਜਲ ਪੂਰ ਸੁਹੇਲਾ। ਸਤਿਗੁਰੂ ਤੁਸੀਂ ਕਰੋ ਕਿਰਪਾ, ਤੇ ਇਸ ਸਮੁੰਦਰ ਨੂੰ ਪਾਰ ਕਰਨਾ ਤੇ ਕੀ ਹੈ। ਤੁਸੀਂ ਤਾਂ ਜਿਹੜਾ ਦੁਹੇਲਾ ਹੈ, ਜਿਹੜਾ ਔਖਾ ਹੈ, ਜਿਹੜਾ ਸੰਸਾਰ ਸਮੁੰਦਰ ਬਿਖਮ ਹੈ, ਤੁਸੀਂ ਤਾਂ ਉਸ ਨੂੰ ਵੀ ਪਾਰ ਕਰ ਦਿਓ। ਹਾਂਜੀ। ਸੁਣ ਪ੍ਰਸੀਦ ਭੇ ਬਹੁ ਗਤ ਦਾਨੀ, ਬੋਲਹਿ ਪਰਮ ਮਨੋਹਰ ਬਾਣੀ। ਸੁਣ ਪ੍ਰੀਸਦ ਭੇ ਬਹੁ ਗਤ ਦਾਨੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਪ੍ਰਸੰਨ ਹੋਏ, ਤਰੁੱਠੇ ਨੇ। ਫਿਰ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਇਹ ਬਾਣੀ, ਇਹ ਪਵਿੱਤਰ ਬਚਨ ਉਚਾਰੇ ਨੇ। ਹਾਂਜੀ। ਇਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਆਕਾਲ ਮੂਰਤ ਆਜੂਨੀ ਸਹਿਭੰ ਗੁਰ ਪ੍ਰਸਾਦ। ਗੁਰੂ ਨਾਨਕ ਦੇ ਪਿਤਾ ਜੀ ਨੇ ਆਪਣੇ ਮੁਖ ਤੋਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਜਿਸ ਨੂੰ ਅੱਜ ਆਪਾਂ ਮੂਲ ਮੰਤਰ ਕਹਿੰਦੇ ਆ, ਇਹ ਬਚਨ ਉਚਾਰਨ ਕੀਤੇ ਨੇ। ਹਾਂਜੀ। ਇਹੋ ਸਲੋਕ ਪਾਠ ਕਰ ਮੁਖ ਆਛੇ, ਆਵੋ ਗਮਨੇ ਹਮਰੇ ਪਾਛੇ। ਸਤਿਗੁਰੂ ਜੀ ਨੇ ਇਹ ਬਚਨ ਆਪਣੇ ਮੁਖ ਤੋਂ ਉਚਾਰੇ ਤੇ ਦੋਵਾਂ ਨੂੰ ਕਿਹਾ, ਕਹਿਣ ਲੱਗੇ ਭਾਈ ਤੁਸੀਂ ਵੀ ਇਹ ਬਚਨ ਪੜੋ। ਅੱਗੇ ਸਤਿਗੁਰੂ ਆਪ ਤੁਰੇ ਨੇ, ਮਗਰ ਭਾਈ ਮਰਦਾਨੇ ਭਾਈ ਬਾਲੇ ਨੂੰ ਤੋਰਿਆ। ਹਾਂਜੀ। ਅਸ ਕਹਿ ਸਾਗਰ ਪਰ ਗੁਣ ਖਾਨੀ, ਚੱਲੇ ਜਾਤ ਭਗਤੈ ਨਾ ਪਾਨੀ। ਇਉਂ ਸਤਿਗੁਰੂ ਜੀ ਨੇ ਇਸ ਸਮੁੰਦਰ ਨੂੰ ਪਾਰ ਕੀਤਾ। ਪਰ ਕਵੀ ਜੀ ਕਹਿੰਦੇ ਕਿ ਜਿਹੜਾ ਪਾਣੀ ਸੀ ਸਮੁੰਦਰ ਦਾ, ਜਲ ਜਿਹੜਾ ਸੀ, ਉਹ ਚਰਨਾਂ ਨੂੰ ਛੋਹ ਵੀ ਨਾ ਸਕਿਆ। ਸ਼੍ਰੀ ਗੁਰ ਪਾਛੇ ਮੈਂ ਮਰਦਾਨਾ, ਤਿਉ ਹੀ ਕੀਨੋ ਹਮ ਪ੍ਰਸਥਾਨਾ। ਜਿਵੇਂ ਜਿਵੇਂ ਅੱਗੇ ਸਤਿਗੁਰੂ ਗਏ, ਉਵੇਂ ਉਵੇਂ ਮਗਰ ਭਾਈ ਮਰਦਾਨਾ ਭਾਈ ਬਾਲਾ ਵੀ ਤੁਰੇ। ਭੀ ਗਿਓ ਕਹੂੰ ਨ ਜਲ ਸੋ ਚਰਨਾ, ਕਰੁਣਾ ਕੀਨੀ ਤਾਰਨ ਤਰਨਾ। ਤਾਰਨ ਤਰਨ ਵਾਲੇ ਗੁਰੂ ਨਾਨਕ ਨੇ ਕਰੁਣਾ ਕਰ ਦਿੱਤੀ, ਕਿਰਪਾ ਕਰ ਦਿੱਤੀ, ਤੇ ਜਿਹੜਾ ਪਾਣੀ ਸੀ, ਜਲ ਸੀ, ਉਹ ਚਰਨਾਂ ਨੂੰ ਛੋਹ ਵੀ ਨਾ ਸਕਿਆ ਤੇ ਸਮੁੰਦਰ ਪਾਰ ਵੀ ਹੋ ਗਿਆ। ਜਾਏ ਪਹੁੰਚੇ ਸੋ ਇਕ ਟਾਪੂ, ਨਾਮ ਜਪਾਇਓ ਸੰਕਟ ਖਾਪੂ। ਹੁਣ ਸਤਿਗੁਰੂ ਜੀ ਇੱਕ ਟਾਪੂ ਤੇ ਪਹੁੰਚੇ ਨੇ। ਉਹ ਸਤਿਗੁਰੂ ਨੇ ਜਿਨ੍ਹਾਂ ਨੇ ਸੰਸਾਰ ਨੂੰ ਨਾਮ ਜਪਾਇਆ, ਕਿਉਂਕਿ ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਕੋਈ ਧਾਗਾ ਤਵੀਤ ਨਹੀਂ ਹੈ, ਇੱਥੇ ਕੋਈ ਲਾਚੀਆਂ ਨਹੀਂ, ਇੱਥੇ ਕੋਈ ਸਵਾਦੀਆਂ ਪੁੜੀਆਂ ਨਹੀਂ ਦਿੱਤੀਆਂ ਜਾਂਦੀਆਂ, ਹੈ ਹੀ ਨਹੀਂ, ਵਿਧੀ ਵਿਧਾਨ ਹੀ ਕੋਈ ਨਹੀਂ ਸਾਡੇ ਵਿੱਚ। ਇੱਥੇ ਤਾਂ ਸਭ ਲਈ ਇੱਕੋ ਹੀ ਹੁਕਮ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਆਓ ਭਾਈ ਗੁਰਸਿੱਖੋ, ਬਾਣੀ ਗਾਓ, ਬਾਣੀ ਪੜੋ। ਜਿਨ੍ਹਾਂ ਨੇ ਦੁਨੀਆ ਦਾ ਉਧਾਰ ਕੀਤਾ, ਦੁਨੀਆ ਨੂੰ ਤਾਰਨ ਹਾਰੇ ਗੁਰੂ ਨਾਨਕ ਹੁਣ ਇੱਕ ਟਾਪੂ ਤੇ ਪਹੁੰਚੇ ਨੇ। ਹਾਂਜੀ। ਨਾਗਾ ਬੰਦਰ ਤਾਂ ਕੋ ਨਾਮਾ, ਪੁਨ ਆਗੇ ਗਵਣੇ ਸੁਖ ਧਾਮਾ। ਹੁਣ ਇਸ ਨੂੰ ਨਾਗਾ ਪਟਨਮ ਵੀ ਕਹਿੰਦੇ ਨੇ, ਨਾਗਾ ਪਟਮ ਵੀ ਕਹਿੰਦੇ ਨੇ। ਤੋ ਇਸ ਤਰ੍ਹਾਂ ਕਵੀ ਜੀ ਨੇ ਇਹਦਾ ਜਦੋਂ ਲਿਖਣਾ ਕੀਤਾ, ਭਾਈ ਵੀਰ ਸਿੰਘ ਨੇ ਇਹਦੇ ਅਰਥ ਕੀਤੇ ਨੇ।
ਕਿ ਇਹ ਮਦਰਾਸ ਦੇ ਇਲਾਕੇ ਕੋਰੂ ਮੰਡਲ ਕਿਨਾਰੇ ਦੇ ਜਿਹੜੇ ਸਮੁੰਦਰੀ ਕੰਢੇ ਨੇ ਉਹਨਾਂ ਬੰਦਰਾਂ ਦੇ ਵਿੱਚੋਂ ਇੱਕ ਬੰਦਰਗਾਹ ਹੈ, ਇਹ ਉਹਦਾ ਨਾਮ ਹੈ। ਇੱਥੇ ਸਤਿਗੁਰੂ ਪਿਤਾ ਜੀ ਪਹੁੰਚੇ ਨੇ। ਸੰਗਲਾ ਦੀਪ ਨੂੰ ਇੱਥੋਂ ਜਹਾਜ਼ ਜਾਂਦੇ ਨੇ, ਇੱਥੋਂ ਅੱਗੇ ਫਿਰ ਸਮੁੰਦਰੀ ਬੇੜੇ ਚੱਲਦੇ ਸੀ, ਅੱਜ ਵੀ ਚੱਲਦੇ ਨੇ। ਲੋਕੀ ਕਿਨਾਰੇ ਤੋਂ ਜਹਾਜ਼ਾਂ ਤੱਕ ਕਿਸ਼ਤੀਆਂ ਵਿੱਚ ਜਾਂਦੇ, ਜਿੱਥੇ ਜਹਾਜ਼ ਖੜੇ ਹੁੰਦੇ ਨੇ ਕਿਸ਼ਤੀਆਂ ਉੱਥੋਂ ਤੱਕ ਉਹਨਾਂ ਲੋਕਾਂ ਨੂੰ ਲੈ ਕੇ ਜਾਂਦੀਆਂ ਨੇ। ਨਾਗਾ ਬੰਦਰ ਤਾਕੋ ਨਾਮਾ ਪੁਨ ਆਗੇ ਗਮਨੇ ਸੁਖ ਧਾਮਾ। ਹੁਣ ਸਤਿਗੁਰੂ ਜੀ ਨੇ ਇਸ ਬੰਦਰਗਾਹ ਤੋਂ ਵੀ ਅੱਗੇ ਚੱਲਣਾ ਕੀਤਾ, ਪਾਰ ਕੀਤਾ। ਹਾਂਜੀ। ਹੁਤੋ ਦੇਸ਼ ਜਹ ਸੰਗਲਾ ਦੀਪਾ, ਪਹੁੰਚੇ ਤਾਂ ਕੇ ਜਾਏ ਸਮੀਪਾ। ਸਤਿਗੁਰੂ ਚੱਲਦੇ ਚੱਲਦੇ ਸੰਗਲਾ ਦੀਪ ਪਹੁੰਚ ਗਏ, ਜਿਹਨੂੰ ਅੱਜ ਆਪਾਂ ਸ਼੍ਰੀਲੰਕਾ ਕਹਿੰਦੇ ਆ। ਇਹ ਉਹ ਜਗ੍ਹਾ ਹੈ ਜਿੱਥੇ ਰਾਜੇ ਸ਼ਿਵਨਾਭ ਦਾ ਰਾਜ ਹੈ। ਇਹ ਉਹੀ ਥਾਂ ਹੈ ਜਿੱਥੇ ਭਾਈ ਮਨਸੁਖ ਆਏ ਸੀ, ਜਿੱਥੇ ਭਾਈ ਮਨਸੁਖ ਨੇ ਆ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਔਰ ਉਹਨਾਂ ਦੇ ਆਪਣੇ ਜੀਵਨ ਦੀ ਕਮਾਈ ਇਤਨੀ ਸੀ ਕਿ ਇੱਥੋਂ ਦਾ ਜਿਹੜਾ ਕਰਮਕਾਂਡੀ ਰਾਜਾ ਸੀ ਉਹ ਵੀ ਧਰਮ ਕਰਮ ਦੇ ਵਿੱਚ ਬਦਲ ਗਿਆ। ਹਾਂਜੀ। ਰਾਜੇ ਕੇ ਆਰਾਧਨ ਕਰ ਕੇ, ਗਏ ਦੇਸ਼ ਤਹਿ ਸੇਵ ਵਿਚਰ ਕੇ। ਸਤਿਗੁਰੂ ਜੀ ਦਾ ਇੱਥੇ ਆਉਣ ਦਾ ਕਾਰਨ ਵੀ ਇਹੋ ਹੀ ਸੀ ਭਾਈ, ਕਿ ਭਾਈ ਮਨਸੁਖ ਤੋਂ ਸਿੱਖੀ ਸਮਝ ਕੇ ਰਾਜੇ ਸ਼ਿਵਨਾਭ ਨੇ ਸਿਮਰਨ ਸ਼ੁਰੂ ਕਰ ਦਿੱਤਾ। ਹੁਣ ਇਹ ਗੁਰਬਾਣੀ ਦਾ ਫੈਸਲਾ ਹੈ ਕਿ ਜਿੱਥੇ ਪ੍ਰਭ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਜਿੱਥੇ ਹਰ ਆਰਾਧੀ ਹੈ, ਜਿੱਥੇ ਉਸ ਪ੍ਰਭੂ ਪਰਮਾਤਮਾ ਨੂੰ ਸਿਮਰਿਆ ਜਾਂਦਾ ਹੈ, ਜਿੱਥੇ ਉਸ ਨੂੰ ਯਾਦ ਕੀਤਾ ਜਾਂਦਾ ਹੈ। ਹਾਂਜੀ। ਤੇ ਹੈ ਨ੍ਰਿਪ ਕੋ ਉਪਬਣ ਹੁਤੋ, ਸ਼ੁਸ਼ਕ ਖਰੋ ਜਹ ਥਾਨ। ਇੱਥੇ ਜਿੱਥੇ ਸਤਿਗੁਰੂ ਪਹੁੰਚੇ ਨੇ, ਰਾਜੇ ਕੇ ਆਰਾਧਨੇ ਕਰਕੇ ਗਏ ਦੇਸ਼ ਤੈ ਸੇਵ ਵਿਚਰ ਕੇ। ਉਹਦੀ ਸੇਵਾ, ਉਹਦੀ ਨਿਸ਼ਠਾ, ਉਹਦੀ ਭਗਤੀ, ਉਹਦਾ ਸਿਮਰਨ, ਉਹਦਾ ਗੁਰੂ ਜੀ ਦੇ ਪ੍ਰਤੀ ਜੋ ਪਿਆਰ ਸੀ, ਇਸ ਕਰਕੇ ਸਤਿਗੁਰੂ ਉੱਥੇ ਗਏ ਨੇ। ਤੇਹ ਨਿਰਪ ਕੋ ਉਪਬਨ ਹੋਤੋ, ਸ਼ੁਸ਼ਕ ਖਰੋ ਜੇ ਥਾਨ। ਇੱਥੇ ਇੱਕ ਬਾਗ ਸੀ, ਸੁੱਕ ਚੁੱਕਾ ਸੀ, ਪੁਰਾਣਾ ਹੋ ਕੇ ਸੁੱਕ ਗਿਆ ਹੋਏਗਾ, ਕਿਸੇ ਹੋਰ ਕਾਰਨ ਕਰਕੇ ਸੁੱਕਿਆ ਹੋਏਗਾ, ਬਿਨਾਂ ਪਾਣੀ ਤੋਂ ਸੁੱਕਿਆ ਹੋਏਗਾ। ਹਾਲਾਂਕਿ ਗੱਲ ਪਾਣੀ ਵਾਲੀ ਮੰਨੀ ਨਹੀਂ ਜਾ ਸਕਦੀ, ਕਿਉਂਕਿ ਉੱਥੇ ਪਾਣੀ ਦੀ ਘਾਟ ਕੋਈ ਨਹੀਂ ਹੈ। ਪਰ ਇੱਕ ਗੱਲ ਜ਼ਰੂਰ ਕਵੀ ਜੀ ਨੇ ਲਿਖੀ ਵੀ ਬਾਗ ਸੁੱਕਾ ਹੋਇਆ ਸੀ, ਕਿਸੇ ਬਿਮਾਰੀ ਕਾਰਨ ਸੁੱਕਿਆ ਜਾਂ ਪੁਰਾਣਾ ਹੋਣ ਕਰਕੇ ਸੁੱਕਿਆ। ਸੁੱਕੇ ਬਾਗ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਨੇ। ਹਾਂਜੀ। ਸ਼੍ਰੀ ਗੁਰ ਪਰਵਿਸੈ ਤਾਸ ਮੈਂ, ਦਾਸਨ ਕੇ ਸੁਖ ਦਾਨ। ਉਹ ਸਤਿਗੁਰੂ ਜਿਹੜੇ ਦਾਸਾਂ ਨੂੰ ਸੁਖ ਦੇਣ ਵਾਲੇ ਨੇ, ਜਿਵੇਂ ਹੀ ਉਹ ਬਾਗ ਦੇ ਵਿੱਚ ਪ੍ਰਵੇਸ਼ ਕਰਦੇ ਨੇ, ਬਾਗ ਵਿੱਚ ਆਪਣੇ ਚਰਨ ਪਾਉਂਦੇ ਨੇ, ਜਿਵੇਂ ਹੀ ਬਾਗ ਦੇ ਵਿੱਚ ਸਤਿਗੁਰੂ ਜੀ ਪਹੁੰਚਦੇ ਨੇ, ਆਉਂਦੇ ਨੇ। ਹਾਂਜੀ। ਚਰਨ ਕਮਲ ਜਬ ਤੇ ਠਾਂ ਪਾਏ, ਸੂਕੇ ਬਿਪਟ ਹਰੇ ਹਵੈ ਆਏ। ਤਾਂ ਪਹਿਲੀ ਘਟਨਾ ਇਹ ਵਾਪਰਦੀ ਹੈ ਕਿ ਸਤਿਗੁਰੂ ਦੇ ਚਰਨ ਪੈਂਦਿਆਂ ਬਾਗ ਹਰਿਆ ਹੋ ਗਿਆ। ਹੁਣੇ ਆਪਾਂ ਪੰਕਤੀਆਂ ਤੇ ਸੁਣਦੇ ਹਾਂ, ਕਿਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਜਿੱਥੇ ਸਤਿਗੁਰੂ ਜੀ ਗਏ ਨੇ, ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ ਨੇ, ਜਦੋਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਆਉਂਦੇ ਨੇ, ਤਕਰੀਬਨ ਉਦੋਂ ਇਹ ਸ਼ਬਦ ਆਪਾਂ ਪੜ੍ਹਦੇ ਹਾਂ
ਕਿ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਧਰਿਆ, ਜਿਨੀ ਡਿਠਾ ਤਿਨਾ ਲੈ ਛਡਾਏ। ਸਤਿਗੁਰੂ ਜੀ ਦੇ ਚਰਨ ਪੈ ਉਹ ਬਾਗ ਹਰਿਆ ਭਰਿਆ ਹੋ ਗਿਆ। ਬਿਟਪ ਹਰੇ ਹਵੈ ਆਏ। ਹਾਂਜੀ। ਸੁੰਦਰ ਸ਼ਾਖਾਂ ਦਲ ਫਲ ਫੂਲਾ, ਸ਼ੋਹਤ ਭਾ ਸਭ ਮਨ ਅਨਕੂਲਾ। ਸਾਰੇ ਕੀ ਵੇਖਦੇ ਨੇ ਕਿ ਨਵੀਆਂ ਸ਼ਾਖਾ ਨੇ, ਨਵੇਂ ਪੱਤੇ ਨੇ, ਨਵੇਂ ਫੁੱਲ ਨੇ, ਨਵੇਂ ਉਹਨਾਂ ਦੇ ਉੱਤੇ ਫਲ ਲੱਗੇ ਨੇ। ਜਦੋਂ ਇੰਜ ਹਰਿਆ ਬਾਗ ਵੇਖਿਆ, ਸੋਹਤ ਭਾ ਸਭ ਮਨ ਅਨਕੂਲਾ। ਹੁਣ ਬਾਗ ਦੀ ਖੂਬਸੂਰਤੀ ਇਹ ਹੈ ਕਿ ਬਾਗ ਹਰਿਆ ਭਰਿਆ ਹੋਣਾ ਚਾਹੀਦਾ, ਫੁੱਲਾਂ ਤੇ ਫਲਾਂ ਦੇ ਨਾਲ ਭਰਿਆ ਹੋਣਾ ਚਾਹੀਦਾ। ਤੇ ਜੇ ਬਾਗ ਸੁੱਕ ਜਾਏ ਤੇ ਵਿਰਾਨ ਲੱਗਦਾ, ਬੁਰਾ ਲੱਗਦਾ, ਭੈੜਾ ਲੱਗਦਾ। ਜਦੋਂ ਬਾਗ ਫੁੱਲਾਂ ਤੇ ਫਲਾਂ ਨਾਲ ਭਰ ਗਿਆ, ਸੋਹਤ ਭਾ ਸਭ ਮਨ ਅਨਕੂਲਾ। ਹੁਣ ਇਹ ਸਾਰਿਆਂ ਦੇ ਮਨ ਦੇ ਅਨੁਕੂਲ ਸੀ। ਜਿਹੜਾ ਵੇਖਦਾ ਉਹਨੂੰ ਸੁੰਦਰ ਲੱਗਦਾ, ਉਹਨੂੰ ਸ਼ੋਭਨੀਕ ਲੱਗਦਾ। ਹਾਂਜੀ। ਜਬੈ ਨਗਰ ਕੇ ਲੋਕਣ ਦੇਖਾ, ਰਿਦੇ ਸਭਨ ਆਚਰਜ ਵਸੇਖਾ। ਨਗਰੀ ਦੇ ਲੋਕਾਂ ਨੇ ਵੇਖਿਆ ਕਿ ਸੁੱਕਾ ਬਾਗ ਹਰਿਆ ਹੋ ਗਿਆ। ਇਹ ਕਿਵੇਂ ਹੋ ਗਿਆ? ਰਾਤੋਂ ਰਾਤ ਕਿਵੇਂ ਹੋ ਗਿਆ? ਥੋੜੇ ਸਮੇਂ 'ਚ ਕਿਵੇਂ ਹੋ ਗਿਆ? ਖੜਾ ਖੜੋਤਾ ਹੀ ਕਿਵੇਂ ਹਰਿਆ ਹੋ ਗਿਆ ਭਾਈ? ਆਖਰ ਬਨਸਪਤੀ ਨੂੰ ਵੱਧਦਿਆਂ ਫੁੱਲਦਿਆਂ ਮਹੀਨੇ ਕੀ ਸਾਲਾਂ ਬੱਧੀ ਸਮਾਂ ਗੁਜ਼ਰਦਾ। ਮਹੀਨੇ ਨਹੀਂ, ਸਾਲਾਂ ਬੱਧੀ ਸਮਾਂ ਲੱਗਦਾ। ਇਸ ਕਰਕੇ ਜਬੇ ਨਗਰ ਕੇ ਲੋਕਣ ਦੇਖਾ, ਰਿਦੇ ਸਭਨ ਆਚਰਜ ਵਸ਼ੇਖਾ। ਸਾਰਿਆਂ ਦੇ ਮਨ ਵਿੱਚ ਬੜੀ ਅਚਰਜਤਾ ਹੋਈ, ਹੈਰਾਨਗੀ ਹੋਈ। ਹਾਂਜੀ। ਬਾਗਵਾਨ ਤਬ ਹੀ ਸੁਧ ਪਾਈ, ਆਣ ਗੁਰੂ ਪਗ ਗਰੀਬ ਨਿਵਾਈ। ਸਭ ਤੋਂ ਪਹਿਲਾਂ ਤੇ ਜਿਹੜਾ ਬਾਗਵਾਨ ਸੀ, ਮਾਲੀ ਸੀ, ਉਹਨੇ ਆ ਕੇ ਪੈਰਾਂ ਤੇ ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਮੇਰੀ ਤੇ ਜ਼ਿੰਦਗੀ ਚਲੇਗੀ। ਇਸ ਬਾਗ ਨੂੰ ਲਾਉਂਦਿਆਂ, ਪਾਲਦਿਆਂ, ਵੱਡਾ ਕਰਦਿਆਂ, ਸਾਂਭਦਿਆਂ, ਪਰ ਇਹ ਫਿਰ ਵੀ ਸੁੱਕ ਗਿਆ। ਹੁਣ ਜਿਸ ਮਾਲੀ ਤੋਂ ਬਾਗ ਸੁੱਕ ਜਾਏ, ਉਸ ਮਾਲੀ ਦੀ ਕੋਈ ਵਿਦਿਆ ਨਹੀਂ ਮੰਨੀ ਜਾ ਸਕਦੀ। ਤੇ ਜਿਹੜੇ ਪਾਰਕ, ਬਗੀਚੇ, ਬਾਗ ਸੁੰਦਰ ਫੁੱਲਦੇ ਨੇ, ਫਲਦੇ ਨੇ, ਮਾਲੀ ਨੂੰ ਵੀ ਬੜੀ ਸ਼ਾਬਾਸ਼ ਮਿਲਦੀ ਹੈ। ਮਾਲੀ ਦਾ ਬੜਾ ਵੱਡਾ ਗੁਣ ਮੰਨਿਆ ਜਾਂਦਾ ਹੈ। ਅਮੂਮਨ ਅਸੀਂ ਦੋ ਗੱਲਾਂ ਹੀ ਕਹਿੰਦੇ ਹਾਂ ਵੀ ਇਸ ਬਾਗ ਦਾ ਮਾਲਕ ਕੌਣ ਹੈ, ਤੇ ਮਾਲਕ ਨੂੰ ਫਿਰ ਪੁੱਛਦੇ ਵੀ ਇਹਦਾ ਮਾਲੀ ਕੌਣ ਹੈ। ਵੀ ਤੂੰ ਤੇ ਜ਼ਮੀਨ ਪੈਸੇ ਦਿੱਤੇ ਨੇ ਨਾ, ਮਿਹਨਤ ਕਿਹੜੇ ਬੰਦੇ ਦੀ ਹੈ ਭਾਈ? ਕੌਣ ਸਿਆਣਾ ਆਦਮੀ ਹੈ? ਕਿਉਂਕਿ ਇਹਨਾਂ ਬਾਗਾਂ ਦੀ, ਬਗੀਚੀਆਂ ਦੀ ਜਿਹੜੀ ਸੰਭਾਲ ਹੈ, ਇਹ ਇਵੇਂ ਹੀ ਹੈ ਜਿਵੇਂ ਆਪਾਂ ਬੱਚਿਆਂ ਦੀ ਕਰਦੇ ਹਾਂ। ਹੁਣ ਛੋਟੀ ਛੋਟੀ ਗੱਲ ਤੇ ਬੱਚੇ ਰੁੱਸ ਜਾਂਦੇ ਨੇ, ਤੇ ਥੋੜੀ ਥੋੜੀ ਧੁੱਪ ਲੱਗੇ ਤੇ ਫੁੱਲ ਕੁਮਲਾ ਜਾਂਦੇ ਨੇ, ਪੌਦੇ ਕਮਲਾ ਜਾਂਦੇ ਨੇ ਭਾਈ। ਮਾਲੀ ਨੇ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਆਣ ਗੁਰੂ ਪਗ ਗਰੀਬ ਨਵਾਈ। ਆ ਕੇ ਚਰਨਾਂ ਤੇ ਨਮਸਕਾਰ ਕੀਤੀ। ਹਾਂਜੀ। ਹਰਖ ਕੀਨ ਤਿਨ ਰਿਦੇ ਬਿਸਾਲਾ, ਪੁਨ ਗਵਣਿਓ ਜਹ ਹੁਤੋ ਪਵਾਲਾ। ਹਰਖ ਕੀਨ ਤਿਨ ਰਿਦੇ ਬਸਾਲਾ। ਬੜਾ ਉਹ ਖੁਸ਼ ਹੋਇਆ, ਤੇ ਉਹਦੀ ਖੁਸ਼ੀ ਨੂੰ ਸਤਿਗੁਰੂ ਜੀ ਨੇ ਹੋਰ ਬਖਸ਼ਿਸ਼ਾਂ ਕਰ ਦਿੱਤੀਆਂ ਕਿ ਉਹ ਜਿਹੜਾ ਮਾਲੀ ਸੀ ਉਹ ਤੇ ਬਾਗੋ ਬਾਗ ਹੋ ਗਿਆ। ਬਾਗ ਜਿਹੜਾ ਸੀ ਉਹ ਹਰਿਆ ਭਰਿਆ ਹੋ ਗਿਆ, ਮਾਲੀ ਜਿਹੜਾ ਸੀ ਉਹ ਨਿਹਾਲ ਹੋ ਗਿਆ। ਪੁੰਨ ਗਮਣਿਓ ਜੈ ਹੁਤੋ ਪਵਾਲਾ। ਤੇ ਹੁਣ ਉਹ ਮਾਲੀ ਦੌੜਿਆ, ਉਹ ਬਾਗਵਾਨ ਭੱਜਿਆ, ਰਾਜੇ ਦੇ ਮਹਿਲਾਂ ਵਿੱਚ ਗਿਆ, ਰਾਜੇ ਕੋਲ ਗਿਆ। ਰਾਜਾ, ਰਾਜਾ ਮੇਰਾ ਬਾਗ ਹਰਿਆ ਭਰਿਆ ਹੋ ਗਿਆ।
ਹੋ ਸਕਦਾ ਉਹਨੂੰ ਕਦੇ ਤਾੜਨਾ ਵੀ ਹੋਈ ਹੋਵੇ ਵੀ ਤੂੰ ਕਾਹਦਾ ਮਾਲੀ ਹੈ, ਵੀ ਤੇਰੇ ਬੈਠਿਆਂ ਇਹ ਬੂਟੇ ਸੁੱਕ ਗਏ ਨੇ। ਉਹਨੇ ਜਾ ਕੇ ਬਾਗ ਦੀ ਹਰੇ ਭਰੇ ਹੋਣ ਦੀ ਖੁਸ਼ਖਬਰੀ ਜਿਹੜੀ ਹੈ ਉਹ ਰਾਜੇ ਨੂੰ ਸੁਣਾਈ ਹੈ। ਹਾਂਜੀ। ਜਾਏ ਸਭਾ ਮੈਂ ਗਿਰਾ ਉਬਾਚੀ, ਸੁਣੋ ਬਾਤ ਭੂਪਤ ਮਮ ਸਾਚੀ। ਹੁਣ ਇਹਨੇ ਜਾ ਕੇ ਕਿਹਾ ਜੀ ਬਾਗ ਹਰਿਆ ਭਰਿਆ ਹੋ ਗਿਆ, ਤੇ ਜਿਹੜੇ ਉੱਥੇ ਲੋਕ ਮੰਤਰੀ ਅਹਿਲਕਾਰ ਬੈਠੇ ਹੋਣਗੇ ਉਹਨਾਂ ਨੇ ਆਖਿਆ ਵੀ ਮਾਲੀ ਇਸ ਤੋਂ ਵੱਡਾ ਵੀ ਅੱਜ ਦੇ ਦਿਨ ਦਾ ਕੋਈ ਝੂਠ ਹੋ ਸਕਦਾ, ਇਸ ਤੋਂ ਵੱਡਾ ਵੀ ਕੋਈ ਅੱਜ ਦੇ ਦਿਨ ਦਾ ਵੱਡਾ ਕੋਈ ਮਜ਼ਾਕ ਹੋ ਸਕਦਾ ਕਿ ਤੂੰ ਆ ਕੇ ਕਵੇਂ ਜੀ ਬਾਗ ਹਰਿਆ ਭਰਿਆ ਹੋ ਗਿਆ। ਇਹ ਕਿੱਦਾਂ ਹੋ ਗਿਆ? ਰਾਤੋਂ ਰਾਤੇ ਹੋ ਨਹੀਂ ਸਕਦਾ, ਖੜਾ ਖੜੋਤਾ ਹੋ ਨਹੀਂ ਸਕਦਾ। ਜੇ ਬਾਗ ਹਰਿਆ ਹੋਣਾ ਵੀ ਸ਼ੁਰੂ ਹੋਵੇ ਤੇ ਫਿਰ ਵੀ ਮਹੀਨਿਆਂ ਬੱਧੀ ਸਮਾਂ ਲੱਗਣਾ ਚਾਹੀਦਾ। ਪਰ ਉਹ ਮਾਲੀ ਕੀ ਕਹਿੰਦਾ? ਕਹਿੰਦਾ ਸੁਣੋ ਬਾਤ ਭੂਪਤ ਮਮ ਸਾਚੀ। ਰਾਜਾ ਸੁਣ, ਮੈਂ ਤੈਨੂੰ ਸੱਚੀ ਗੱਲ ਦੱਸਣ ਆਇਆ, ਮੈਂ ਝੂਠ ਨਹੀਂ ਬੋਲਦਾ, ਮੈਂ ਕੋਈ ਗੱਲ ਵਧਾ ਚੜਾ ਕੇ ਨਹੀਂ ਕਹਿ ਰਿਹਾ। ਹਕੀਕਤ ਹੈ ਕਿ ਬਾਗ ਹਰਿਆ ਭਰਿਆ ਹੋ ਗਿਆ, ਬੜੇ ਸੋਹਣੇ ਫੁੱਲ ਫਲ ਉਸ ਬਾਗ ਦੇ ਵਿੱਚ ਲੱਗੇ ਨੇ, ਔਰ ਇਹ ਸੱਚੀ ਗੱਲ ਹੈ, ਮੇਰੀ ਸੁਣੋ ਤਾਂ ਸਹੀ। ਹਾਂਜੀ। ਉੱਤਮ ਸੰਤ ਏਕ ਚਲ ਆਇਓ, ਸੂਕੇ ਉਪਬਨ ਪਗ ਮਗ ਪਾਇਓ। ਉੱਤਮ ਸੰਤ ਏਕ ਚਲ ਆਇਓ। ਇੱਕ ਬਹੁਤ ਉੱਤਮ ਸੰਤ ਹੈ, ਕੋਈ ਬਹੁਤ ਕਰਨੀ ਵਾਲਾ, ਕੋਈ ਮਹਾਪੁਰਖ ਹੈ। ਉਹਨੇ ਬਾਗ ਵਿੱਚ ਚਰਨ ਪਾਏ ਨੇ ਤਾਂ ਬਾਗ ਹਰਿਆ ਭਰਿਆ ਹੋਇਆ। ਮੇਰੇ ਪਾਣੀ ਗੋਡੀ ਕਰਕੇ ਨਹੀਂ ਹੋਇਆ, ਮੇਰੀ ਕਿਸੇ ਖਾਦ ਕਿਸੇ ਰੂੜੀ ਕਰਕੇ ਜਾਂ ਮੇਰੀ ਮਿਹਨਤ ਕਰਕੇ ਨਹੀਂ ਹੋਇਆ। ਕਿ ਤੁਸੀਂ ਇਸ ਕਰਕੇ ਮੇਰੀ ਗੱਲ ਨਾ ਮੰਨੋ ਕਿ ਬਈ ਤੂੰ ਕੋਈ ਨਵਾਂ ਮਾਲੀ ਹੈ ਵੀ ਤੂੰ ਕਵੇਂ ਆ ਕੇ ਬਾਗ ਹਰਿਆ ਭਰਿਆ ਹੋ ਗਿਆ। ਇਹ ਬਾਗ ਸੁੱਕਿਆ ਵੀ ਤੇ ਤੇਰੇ ਵੇਖਦੇ ਹੀ ਹੈ ਨਾ, ਤੇਰੇ ਹੁੰਦਿਆਂ ਹੀ ਸੁੱਕਿਆ। ਕਹਿਣ ਲੱਗਾ ਜੀ ਮੇਰੇ ਕਰਕੇ ਹਰਿਆ ਨਹੀਂ ਹੋਇਆ। ਉੱਤਮ ਸੰਤ ਏਕ ਚਲ ਆਇਓ, ਸੂਕੇ ਉਪਬਨ ਪਗ ਜਬ ਪਾਇਓ। ਬਸ ਉਸ ਉੱਤਮ ਪੁਰਖ ਦੀ ਇਹ ਵਡਿਆਈ ਹੈ ਕਿ ਜਿਵੇਂ ਹੀ ਉਹਨਾਂ ਨੇ ਆ ਕੇ ਉਸ ਬਾਗ ਦੇ ਵਿੱਚ ਆਪਣੇ ਚਰਨ ਪਾਏ, ਆਪਣੇ ਮੁਬਾਰਕ ਪੈਰ ਰੱਖੇ, ਕਦਮ ਰੱਖੇ। ਹਾਂਜੀ। ਹਰਿਆ ਹੋਤ ਭਇਓ ਤਤਕਾਲਾ, ਜਿਹ ਕੇ ਦਰਸ਼ਨ ਕਰਤ ਨਿਹਾਲਾ। ਫਿਰ ਕੀ ਸੀ? ਬਾਗ ਹਰਿਆ ਭਰਿਆ ਹੋ ਗਿਆ। ਪਰ ਇਹ ਕੋਈ ਐਸਾ ਸੰਤ ਹੈ ਜੇ ਕੋ ਦਰਸ਼ਨ ਕਰਤ ਨਿਹਾਲਾ। ਜੇ ਉਹਦੇ ਆਉਣ ਨਾਲ ਬਾਗ ਹਰਿਆ ਭਰਿਆ ਹੋ ਸਕਦਾ ਹੈ ਤੇ ਜਿਹੜਾ ਜੀਵ ਉਹਦੇ ਦਰਸ਼ਨ ਕਰੇਗਾ ਉਹ ਵੀ ਹਰਿਆ ਭਰਿਆ ਹੋ ਜਾਏਗਾ। ਉਹਦੇ ਜੀਵਨ ਵਿੱਚ ਵੀ ਖੁਸ਼ੀਆਂ, ਖੇੜੇ, ਖੜਾਓ, ਸੁਗੰਧੀਆਂ, ਉਹਦੀ ਜ਼ਿੰਦਗੀ ਵਿੱਚ ਵੀ ਖੁਸ਼ਬੂ ਆ ਭਰ ਜਾਏਗੀ। ਹਾਂਜੀ। ਦਵੈ ਚੇਲੇ ਹੈ ਤਾਂ ਕੇ ਸੰਗਾ, ਚਲੋ ਨਿਕਟ ਤਹ ਧਾਰ ਉਮੰਗਾ। ਉਹ ਮਾਲੀ, ਉਹ ਬਾਗਬਾਨ ਕਹਿੰਦਾ ਹੈ ਵੀ ਉਹ ਕੱਲਾ ਨਹੀਂ ਹੈ ਸੰਤ, ਉਹਦੇ ਨਾਲ ਉਹਦੇ ਦੋ ਚੇਲੇ ਸ਼ਿਸ਼ ਵੀ ਨੇ। ਤੇ ਰਾਜਾ ਮੇਰੀ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਚੱਲ ਕੇ ਦਰਸ਼ਨ ਕਰੋ, ਮੈਂ ਕਿਸੇ ਨੂੰ ਦੱਸਿਆ ਨਹੀਂ। ਜਿਵੇਂ ਹੀ ਬਾਗ ਹਰਿਆ ਹੋਇਆ ਮੈਂ ਉਸ ਸੰਤ ਨੂੰ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਮੈਂ ਸਿੱਧਾ ਚੱਲ ਕੇ ਤੁਹਾਡੇ ਕੋਲ ਆਇਆ, ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਚੱਲੋ ਤੇ ਚੱਲ ਕੇ ਬਾਗ ਵੀ ਵੇਖੋ ਤੇ ਉਸ ਸੰਤ ਦੇ ਦਰਸ਼ਨ ਵੀ ਕਰੋ। ਸੁਣਤ ਸ਼੍ਰੋਣ ਭੂਪਤ ਹਰ ਖਾਇਓ, ਮੰਤਰੀ ਆਪਣੋ ਨਿਕਟ ਬੁਲਾਇਓ। ਰਾਜੇ ਨੇ ਸੁਣਿਆ, ਰਾਜਾ ਵੀ ਬੜਾ ਖੁਸ਼ ਹੋਇਆ। ਇੱਕ ਤਾਂ ਇਹ ਸੁਣਿਆ ਵੀ ਕੋਈ ਸੰਤ ਆਇਆ, ਦੂਜਾ ਇਹ ਸੁਣਿਆ ਵੀ ਮੇਰਾ ਬਾਗ ਹਰਿਆ ਭਰਿਆ ਹੋ ਗਿਆ। ਹੁਣ ਉਸ ਬਾਗ ਦੇ ਉੱਪਰ ਰਾਜੇ ਨੇ ਕਿੰਨੇ ਖਰਚੇ ਕੀਤੇ ਹੋਣਗੇ। ਜਿਹੜੇ ਸਾਡੇ ਇਲਾਕਿਆਂ 'ਚ ਪਾਰਕ ਡਿਵੈਲਪ ਹੁੰਦੇ ਨੇ ਨਾ, ਹੁਣ ਆਪਾਂ ਉਹਨਾਂ ਦੀ ਕਦਰ ਨਾ ਕਰੀਏ, ਪਰ ਜੇ ਕਿਤੇ ਆਪਾਂ ਉਹਦੀ ਮਿਹਨਤ ਵੇਖੀਏ ਤੇ ਬਹੁਤ ਵੱਡਾ ਖਰਚ ਜਿਹੜਾ ਹੁੰਦਾ ਹੈ ਉਹ ਉੱਥੋਂ ਦੀਆਂ ਜਿਹੜੀਆਂ ਐਸੋਸੀਏਸ਼ਨ ਨੇ ਉਹ ਖਰਚਦੀਆਂ ਨੇ, ਜਾਂ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਹੁੰਦੀਆਂ ਨੇ ਉਹ ਖਰਚਦੀਆਂ ਨੇ।
ਹੁਣ ਪਤਾ ਨਹੀਂ ਰਾਜੇ ਦਾ ਕਿੰਨਾ ਪੈਸਾ ਲੱਗਾ ਹੋਏਗਾ। ਮੰਤਰੀ ਆਪਣੋ ਨਿਕਟ ਬੁਲਾਏ। ਉਸੇ ਵੇਲੇ ਰਾਜੇ ਨੇ ਆਪਣੇ ਇੱਕ ਵਜ਼ੀਰ ਨੂੰ ਬੁਲਾਇਆ, ਮੰਤਰੀ ਨੂੰ ਬੁਲਾਇਆ। ਹਾਂਜੀ, ਤਿਹ ਕੇ ਸੰਗ ਕਹੀ ਇਹ ਬਾਣੀ, ਜਾਵੋ ਨਿਕਟ ਸੰਤ ਸੁਖ ਦਾਨੀ। ਮੰਤਰੀ ਨੂੰ ਕਿਹਾ ਵੀ ਇਹ ਜਿਹੜਾ ਬਾਗਵਾਨ ਆਇਆ ਹੈ, ਤੁਸੀਂ ਇਹਦੇ ਨਾਲ ਜਾਓ, ਵੇਖੋ ਬਈ ਕੌਣ ਸੰਤ ਆਇਆ, ਕੌਣ ਉੱਤਮ ਪੁਰਖ ਆਇਆ, ਕੌਣ ਕਰਨੀ ਵਾਲੀ ਕੋਈ ਆਤਮਾ ਆਈ ਹੈ ਕਿ ਜਿਹਦੇ ਆਉਣ ਦਾ ਪਹਿਲਾ ਤੇਜ ਪ੍ਰਤਾਪ ਇਹ ਹੈ ਵੀ ਸੁੱਕਿਆ ਬਾਗ ਹਰਿਆ ਹੋ ਗਿਆ। ਹਾਂਜੀ, ਜੇ ਸ਼੍ਰੀ ਨਾਨਕ ਆਗਮ ਕੀਨਾ, ਕਰੋ ਪਰਖ ਭਲ ਬਿਦ ਲੇਹੋ ਚੀਨਾ। ਮੰਤਰੀ ਨੇ ਇੱਕ ਗੱਲ ਆਖੀ ਹੈ, ਰਾਜੇ ਨੇ ਮੰਤਰੀ ਨੂੰ ਇੱਕ ਗੱਲ ਆਖੀ ਹੈ ਕਿ ਮੰਤਰੀ ਪਤਾ ਕਰ ਕਿਤੇ ਗੁਰੂ ਨਾਨਕ ਤਾਂ ਨਹੀਂ ਆ ਗਿਆ, ਜਿਹੜਾ ਉੱਤਮ ਪੁਰਖ ਆਇਆ ਹੈ ਕਿਤੇ ਉਹ ਸ਼੍ਰੀ ਨਾਨਕ ਤਾਂ ਨਹੀਂ। ਕਰੋ ਪਰਖ ਭਲ ਬਿਦ ਲਿਹੋ ਚੀਨਾ, ਥੋੜੀ ਜਿਹੀ ਪਰਖ ਕਰ ਲਿਓ, ਕਿਤੇ ਉਵੇਂ ਹੀ ਨਾ ਹੋਵੇ ਜਿਵੇਂ ਆਪਣੇ ਨਾਲ ਰੋਜ਼ ਹੁੰਦਾ ਹੈ ਕਿ ਕੋਈ ਨਾ ਕੋਈ ਨਕਲੀ ਬੰਦਾ ਆ ਜਾਂਦਾ ਹੈ ਤੇ ਕਹਿੰਦਾ ਉਹ ਇਹੋ ਹੀ ਹੈ ਵੀ ਮੈਂ ਹੀ ਨਾਨਕ। ਅਕਸਰ ਲੋਕ ਇੱਦਾਂ ਹੀ ਕਰਦੇ ਸੀ, ਔਰ ਇਹ ਗੱਲ ਸਾਨੂੰ ਸਮਝ ਵੀ ਲੈਣੀ ਚਾਹੀਦੀ ਹੈ ਕਿ ਭਾਈ ਜੀ ਦੀ ਅਸਲ ਵਿਕਦੀ ਹੋਵੇ, ਨਕਲ ਉਹਦੀ ਹੀ ਬਣਦੀ ਹੈ। ਇਹ ਜ਼ਰੂਰ ਚੇਤਾ ਰੱਖਣਾ। ਜਿਸ ਮਾਰਕੇ ਦੀ ਚੀਜ਼ ਅਸਲ ਨਹੀਂ ਵਿਕੀ, ਜਿਸ ਕੰਪਨੀ ਦੀ ਅਸਲੀ ਚੀਜ਼ ਨਾ ਵਿਕਦੀ ਹੋਵੇ, ਉਹਦੀ ਡੁਪਲੀਕੇਟ ਕਿਉਂ ਕੋਈ ਬਣਾਏਗਾ ਭਾਈ? ਉਹਨੂੰ ਕੌਣ ਖਰੀਦੇਗਾ? ਜਿਹਦਾ ਅਸਲੀ ਬ੍ਰਾਂਡ ਨਹੀਂ ਵਿਕਦਾ, ਉਹਦਾ ਨਕਲੀ ਕਿਵੇਂ ਮਾਰਕੀਟ ਵਿੱਚ ਆ ਸਕਦਾ? ਨਕਲੀ ਉਹਦੇ ਹੀ ਆਉਂਦੇ ਨੇ ਜਿਹਦੇ ਅਸਲੀ ਵਿਕਦੇ ਨੇ। ਸੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਰਾਜੇ ਨੇ ਮੰਤਰੀ ਨੂੰ ਕਿਹਾ ਵੀ ਜਾ ਭਲੀ ਪ੍ਰਕਾਰ ਪਤਾ ਕਰ ਵੀ ਸ਼੍ਰੀ ਨਾਨਕ ਤਾਂ ਨਹੀਂ ਆਏ, ਪਰ ਤਸੱਲੀ ਕਰ ਲਵੀਂ ਕਿਤੇ ਕੋਈ ਨਕਲੀ ਨਾ ਹੋਵੇ, ਕੋਈ ਝੂਠਾ ਹੀ ਨਾ ਹੋਵੇ। ਹਾਂਜੀ, ਪਰਸੁਰਾਮ ਸੁਣ ਬਚ ਅਵਨੀਪਾ, ਸੁੰਦਰ ਭੋਜਨ ਲੀਨ ਸਮੀਪਾ। ਇਹਦਾ ਨਾਂ ਹੈ ਪਰਸੁਰਾਮ, ਉਸ ਮੰਤਰੀ ਦਾ, ਵਜ਼ੀਰ ਦਾ। ਉਹਨੇ ਰਾਜੇ ਦੇ ਬਚਨ ਸੁਣੇ, ਰਾਜੇ ਦੇ ਬਚਨਾਂ ਨੂੰ ਮੰਨਿਆ ਤੇ ਸੁੰਦਰ ਭੋਜਨ ਲੀਨ ਸਮੀਪਾ। ਤੇ ਕੀ ਕੀਤਾ ਉਹਨੇ? ਪਤਾ ਕੀਤਾ ਵੀ ਕਿੰਨੇ ਬੰਦੇ ਨੇ। ਉਹਨੇ ਕਿਹਾ ਜੀ ਇੱਕ ਸੰਤ ਨੇ, ਦੋ ਸੇਵਕ ਨੇ। ਹੁਣ ਇਹਨਾਂ ਤਿੰਨਾਂ ਦੇ ਵਾਸਤੇ ਬੜੇ ਸੁੰਦਰ ਭੋਜਨ ਪਦਾਰਥ ਗੁਰੂ ਜੀ ਦੇ ਛਕਣ ਵਾਸਤੇ ਉਹ ਲੰਗਰ ਲੈ ਕੇ ਆਇਆ, ਸਵਾਦਿਸ਼ਟ ਪਦਾਰਥ ਲੈ ਕੇ ਆਇਆ। ਹਾਂਜੀ, ਗਮਨਿਓ ਉਪਬਣ ਕੋ ਤਤਕਾਲਾ, ਜਹਾਂ ਬਿਰਾਜਤ ਦੀਨ ਦਿਆਲਾ। ਇਹ ਉੱਥੇ ਚਲਾ ਗਿਆ ਜਿੱਥੇ ਦੀਨਾ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਵਿਰਾਜੇ ਸਨ। ਇਹ ਉਸ ਬਾਗ ਵਿੱਚ ਪਹੁੰਚਿਆ। ਹੁਣ ਪਹੁੰਚਦਾ ਹੈ ਤੇ ਪਹਿਲੀ ਕਰਾਮਾਤ ਇਹਨੇ ਵੇਖ ਹੀ ਲਈ ਹੈ ਵੀ ਇਹਦੇ 'ਚ ਤਾਂ ਕੋਈ ਗੁੱਝੀ ਛੰਨੀ ਗੱਲ ਹੈ ਨਹੀਂ, ਸੁੱਕਾ ਬਾਗ ਤੇ ਬਈ ਸੱਚਮੁੱਚ ਹਰਿਆ ਹੋਇਆ ਹੈ। ਹਾਂਜੀ, ਕੀਨ ਬੰਦਨਾ ਦਵਹਿ ਕਰ ਜੋਰੀ, ਆਗੇ ਭੋਜਨ ਧਰਿਓ ਬਿਹੋਰੀ। ਮੰਤਰੀ ਸੀ, ਸਿਆਣਾ ਪੁਰਖ ਸੀ, ਆ ਕੇ ਪਹਿਲਾਂ ਦੋ ਹੱਥ ਜੋੜ ਕੇ ਮੱਥਾ ਟੇਕਿਆ। ਸਾਡੇ ਵਾਲਾ ਕੰਮ ਨਹੀਂ ਕੀਤਾ ਵੀ ਪਹਿਲਾਂ ਆ ਕੇ ਨਬਜ ਵੇਖੇ ਜੀ, ਫਿਰ ਕਵੇ ਵੀ ਜਿਵੇਂ ਡਾਕਟਰ ਕਰਦੇ ਹੁੰਦੇ ਨਾ ਵੀ ਮੂੰਹ ਖੋਲ ਬਈ, ਅੱਖਾਂ ਤਾਂ ਨੂੰ ਕਰ ਬਈ, ਮੱਥੇ ਤੇ ਹੱਥ ਲਾ ਕੇ ਵੇਖਣਾ, ਨਬਜ ਵੇਖਣੀ। ਡਾਕਟਰ ਇੱਦਾਂ ਹੀ ਚੈੱਕਅਪ ਕਰਦੇ ਨੇ ਨਾ। ਹੁਣ ਮੰਤਰੀਆਂ ਦੇ ਚੈੱਕਅਪ ਕਰਨ ਦੇ ਹੋਰ ਤਰੀਕੇ ਹੋਣਗੇ, ਪਰ ਮੰਤਰੀ ਸਿਆਣਾ ਮੰਤਰੀ ਸੀ। ਉਹਨੇ ਪਰਖਣ ਤੋਂ ਪਹਿਲਾਂ ਵੀ ਇੱਕ ਗੱਲ ਦਾ ਧਿਆਨ ਕੀਤਾ ਵੀ ਮੇਰੇ ਤੋਂ ਅਵਗਿਆ ਨਾ ਹੋ ਜਾਏ। ਜਿਹੜੇ ਸ਼ਬਦ ਆਉਂਦੇ ਨੇ ਨਾ ਕਿ ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਇਹਦਾ ਅਰਥ ਇਹ ਨਹੀਂ ਹੈ ਕਿ ਆਪਾਂ ਪਖੰਡੀਆਂ ਨੂੰ ਵੀ ਪੂਜਣਾ ਹੈ। ਨਹੀਂ, ਪਖੰਡੀਆਂ ਨੂੰ ਬਿਲਕੁਲ ਨਹੀਂ ਪੂਜਣਾ, ਪਰ ਜਿਹੜਾ ਕੋਈ ਪੂਰਨ ਹੈ, ਜਿਹੜਾ ਕੋਈ ਸਹੀ ਹੈ, ਉਹਦੀ ਅਵਗਿਆ ਵੀ ਨਹੀਂ ਹੋਣੀ ਚਾਹੀਦੀ, ਸਾਡੇ ਕੋਲੋਂ ਭੁੱਲ ਵੀ ਨਹੀਂ ਹੋਣੀ ਚਾਹੀਦੀ। ਮੰਤਰੀ ਨੇ ਜਾ ਕੇ ਪਹਿਲਾਂ ਦੋ ਹੱਥ ਜੋੜੇ, ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਫਿਰ ਜਿਹੜੇ ਭੋਜਨ ਪਦਾਰਥ ਲਿਆਂਦੇ ਸੀ ਉਹ ਸਤਿਗੁਰੂ ਜੀ ਦੇ ਅੱਗੇ ਪਰੋਸੇ
ਕਹਿਣ ਲੱਗਾ ਜੀ ਆਇਆਂ ਨੂੰ, ਧੰਨ ਭਾਗ ਤੁਸੀਂ ਆਏ ਹੋ ਤੇ ਲੰਗਰ ਭੋਜਨ ਛਕੋ। ਰਾਜੇ ਨੇ ਤੁਹਾਡੇ ਵਾਸਤੇ ਇਹ ਪਦਾਰਥ ਭੇਜੇ ਨੇ। ਹਾਂਜੀ। ਨ੍ਰਿਪਤ ਪਠਿਓ ਹੈ ਕਰੋ ਆਹਾਰਾ, ਸੁਨ ਸ਼੍ਰੀ ਨਾਨਕ ਬਚਨ ਉਚਾਰਾ। ਰਾਜੇ ਨੇ ਤੁਹਾਡਾ ਸਵਾਗਤ ਕੀਤਾ। ਗੁਰੂ ਨਾਨਕ ਦੇ ਪਿਤਾ ਜੀ ਨੇ ਸਭ ਪਦਾਰਥ ਵੇਖੇ ਨੇ, ਫਿਰ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ। ਰਸ ਕਸ ਸਵਾਦ ਅਨੇਕ ਹੈ, ਬਿਕ ਫਲ ਮੀਠੇ ਚਾਖ। ਕਿਰਪਾ ਕਰੇ ਜਿਸ ਆਪਣੀ, ਤਾਂ ਕੋ ਰਾਖੈ ਆਪ। ਇੱਥੇ ਭਾਈ ਵੀਰ ਸਿੰਘ ਹੋਰਾਂ ਨੇ ਥੱਲੇ ਇਸ਼ਾਰਾ ਵੀ ਦਿੱਤਾ ਹੈ ਕਿ ਇਹ ਜਿਹੜੀਆਂ 17 ਹੁਣ ਆਉਣਗੀਆਂ, ਇਹ ਗੁਰਬਾਣੀ ਨਹੀਂ, ਭਾਵ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ, ਇਹ ਤੁਹਾਨੂੰ ਇਤਿਹਾਸ ਵਿੱਚੋਂ ਹੀ ਮਿਲਣਗੀਆਂ ਕਿ ਇਹ ਜਿਹੜੇ ਰਸਕਸ ਨੇ, ਸਵਾਦ ਨੇ, ਇਹ ਸਾਰੇ ਫਿੱਕੇ ਫਲ ਨੇ ਭਾਈ। ਠੀਕ ਹੈ, ਦੁਨੀਆ ਮਿੱਠੇ ਕਰਕੇ ਖਾ ਰਹੀ ਹੈ, ਪਰ ਕਿਰਪਾ ਕਰੇ ਜਿਸ ਆਪਣੀ, ਤਾਂ ਕੋ ਰਾਖੇ ਆਪ। ਇਹਨਾਂ ਨੂੰ ਦੁਨੀਆ ਮਿੱਠੇ ਕਰਕੇ ਖਾਂਦੀ, ਪਰ ਫਿੱਕੇ ਨੇ। ਔਰ ਇਹਨਾਂ ਦਾ ਤਾਤਪਰਜ ਕੀ ਹੈ? ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਿਹੜੀਆਂ ਚੀਜ਼ਾਂ ਅਸੀਂ ਮਿੱਠੀਆਂ ਕਰਕੇ ਖਾਂਦੇ ਆ, ਅਖੀਰ ਉਹਨਾਂ ਦਾ ਜਿਹੜਾ ਤੱਤ ਹੈ ਉਹ ਹਮੇਸ਼ਾ ਸਾਡੇ ਜੀਵਨ ਵਿੱਚ ਕੌੜਾ ਬਣ ਕੇ ਪ੍ਰਗਟ ਹੁੰਦਾ ਹੈ। ਕਈ ਚੀਜ਼ਾਂ ਦੇ ਲਈ ਅਸੀਂ ਸ਼ਬਦ ਇੱਕ ਵਰਤਦੇ ਹਾਂ, ਜਿਵੇਂ ਚਾਹ ਹੈ। ਪਤਾ ਆਪ ਜੀ ਨੂੰ ਚਾਹ ਦੀ ਤਸੀਰ ਠੰਡੀ ਹੈ, ਦੁੱਧ ਦੀ ਤਸੀਰ ਗਰਮ ਹੈ, ਦਹੀਂ ਦੀ ਤਸੀਰ ਬੜੀ ਗਰਮ ਹੈ। ਜਿਹੜੀ ਲੱਸੀ ਹੈ ਉਹਦੀ ਤਸੀਰ ਵੀ ਗਰਮ ਹੈ। ਇਹ ਤਾਂ ਮੈਨੂੰ ਵੀ ਬੜੀ ਦੇਰ ਬਾਅਦ ਜਾ ਕੇ ਜਦੋਂ ਇੱਥੇ ਦਿੱਲੀ ਆਇਆ ਤੇ ਫਿਰ ਪਤਾ ਲੱਗਿਆ ਵੀ ਜੇ ਕਹਿਣਾ ਵੀ ਜਾ ਲੱਸੀ ਲੈ ਕੇ ਆ, ਤੇ ਉਹਨੇ ਕਹਿਣਾ ਵੀ ਲੱਸੀ ਕਿ ਛਾਛ। ਮੈਂ ਕਿਹਾ ਵੀ ਛਾਛ ਕੀ ਹੁੰਦੀ ਹੈ? ਕਹਿੰਦੇ ਹੁੰਦੀ ਹੈ ਜੀ। ਹੁਣ ਸਾਡੇ ਲੱਸੀ ਕਿਹਨੂੰ ਕਹਿੰਦੇ ਆ? ਹੁਣ ਸਾਡੇ, ਅਸੀਂ ਪਿੰਡਾਂ 'ਚ ਰਹਿੰਦੇ, ਸਾਨੂੰ ਤੇ ਅਸੀਂ ਵੀ ਜਿਹੜਾ ਦੁੱਧ ਰਿੜਕ ਲਿਆ, ਮੱਖਣ ਕੱਢ ਲਿਆ, ਜੋ ਬਾਕੀ ਬਚੀ ਉਹ ਲੱਸੀ ਹੋ ਗਈ। ਹੁਣ ਇੱਥੇ ਲੱਸੀ ਉਹਨੂੰ ਕਹਿੰਦੇ ਨੇ ਜਿਹਦੇ ਵਿੱਚੋਂ ਰਿੜਕ ਕੇ ਮੱਖਣ ਨਹੀਂ ਕੱਢਿਆ ਹੁੰਦਾ। ਅਗਰ ਉਸ ਦੁੱਧ ਦੀ, ਦਹੀਂ ਦੀ ਲੱਸੀ ਬਣੀ ਤਾਂ ਉਹਨੂੰ ਇਹ ਲੱਸੀ ਕਹਿੰਦੇ ਨੇ। ਜਿਹਦੇ 'ਚੋਂ ਮੱਖਣ ਨਿਕਲ ਜਾਏ ਉਹਨੂੰ ਛਾਛ ਕਹਿੰਦੇ ਨੇ। ਅੱਜ ਕਿਸੇ ਵੀ ਤੁਸੀਂ ਡੇਅਰੀ ਫਾਰਮ 'ਤੇ ਜਾਓਗੇ, ਡੇਅਰੀ ਦੀ ਕਿਸੇ ਦੁਕਾਨ 'ਤੇ ਜਾਓਗੇ, ਤੁਹਾਨੂੰ ਦੋਨੋਂ ਚੀਜ਼ਾਂ ਮਿਲ ਜਾਣਗੀਆਂ, ਲੱਸੀ ਵੀ ਮਿਲ ਜਾਏਗੀ, ਛਾਛ ਵੀ ਮਿਲ ਜਾਏਗੀ। ਉਹ ਫਿਰ ਜਾ ਕੇ ਗੱਲ ਦਿਮਾਗ ਦੇ ਵਿੱਚ ਵੱਜੀ ਵੀ ਜਿਹੜੇ ਬਜ਼ੁਰਗ ਸ਼ਰਾਬਾਂ ਪੀਂਦੇ ਹੁੰਦੇ ਸੀ, ਉਹਨਾਂ ਨੇ ਸਵੇਰੇ ਉੱਠ ਕੇ ਇੱਕੋ ਹੀ ਆਵਾਜ਼ ਦੇਈ ਜਾਣੀ ਵੀ ਕੁੜੀਓ ਦੁੱਧ ਰਿੜਕ ਲਿਆ ਤੇ ਲੱਸੀ ਦਾ ਗਲਾਸ ਦੇ ਦਿਓ। ਫਿਰ ਜਾ ਕੇ ਸਮਝ ਆਈ ਵੀ ਲੱਸੀ ਠੰਡੀ ਹੁੰਦੀ ਹੈ, ਲੱਸੀ ਦੀ ਵਾਕਈ ਤਸੀਰ ਠੰਡੀ ਹੈ, ਦੁੱਧ ਦੀ ਤਸੀਰ ਜਿਹੜੀ ਹੈ ਉਹ ਗਰਮ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਇਹ ਜਿਹੜੇ ਮਿੱਠੇ ਰਸ ਨੇ ਨਾ, ਇਹਨਾਂ ਦੀ ਤਸੀਰ ਬੜੀ ਕੌੜੀ ਹੈ। ਜਿਹੜੀਆਂ ਚੀਜ਼ਾਂ ਅਸੀਂ ਮਿੱਠੀਆਂ ਸਮਝ ਕੇ ਖਾਂਦੇ ਆ, ਇਹ ਸਾਡੇ ਜੀਵਨ ਵਿੱਚ ਹਮੇਸ਼ਾ ਹੀ ਫਿਰ ਕੋਈ ਕੜਵਾਹਟ ਪੈਦਾ ਕਰਦੀਆਂ ਨੇ। ਇਹਨਾਂ ਚੀਜ਼ਾਂ ਤੋਂ ਸਾਰੇ ਰੋਗ ਪੈਦਾ ਹੁੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਤਾਂ ਰੱਬ ਹੀ ਕਿਰਪਾ ਕਰੇ ਤੇ ਇਹਨਾਂ ਰਸਾਂ ਕਸਾਂ ਤੋਂ ਬੰਦਾ ਬਚ ਸਕਦਾ ਹੈ। ਇਹਨੂੰ ਸਾਡੇ ਸ਼ਬਦ ਕੀ ਨੇ ਕਿ ਭਾਈ ਇਹ ਤਾਂ ਜ਼ੁਬਾਨ ਦੇ ਸਵਾਦ ਨੇ, ਖਾ ਲਓ ਚੰਗੇ ਲੱਗਦੇ ਨੇ, ਪਰ ਮਗਰੋਂ ਦੁੱਖ ਭੋਗਣਾ ਪੈਂਦਾ ਹੈ। ਹਾਂਜੀ। ਰਸ ਕਸ ਸਾਧ ਬਾਦ ਇਹ ਜਾਨੋ, ਨਾਮ ਮਹਾ ਰਸ ਸੁਖ ਦਾ ਮਾਨੋ। ਸਤਿਗੁਰੂ ਕਹਿਣ ਲੱਗੇ ਮੰਤਰੀ, ਜਿਹੜੇ ਤੂੰ ਸਵਾਦਿਸ਼ਟ ਬਹੁਤ ਤਰ੍ਹਾਂ ਦੇ ਭੋਜਨ ਲੈ ਕੇ ਆਇਆ ਹੈ, ਇਹ ਰਸ ਕਸ ਨੇ, ਇਹ ਬਾਦ ਨੇ, ਇਹ ਖਾਣ ਵਾਸਤੇ ਦੁਖਦਾਈ ਨੇ। ਨਾਮ ਜਿਹੜਾ ਹੈ ਉਹਦਾ ਰਸ ਜਿਹੜਾ ਹੈ ਉਹ ਬਹੁਤ ਸੁਖਦਾਈ ਹੈ। ਜੇ ਪੁੰਚਣਾ ਹੀ ਹੈ ਤੇ ਬਈ ਪਰਮੇਸ਼ਰ ਦਾ ਨਾਮ ਪੁੰਚੋ, ਪਰਮੇਸ਼ਰ ਦਾ ਨਾਮ ਛਕੋ। ਹੁਣ ਇਹ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਹੈ
ਹੁਣ ਅੰਤ ਵਿੱਚ ਜਾ ਕੇ ਗੁਰੂ ਅਰਜਨ ਦੇਵ ਪਿਤਾ ਜੀ ਨੇ ਜਿਹੜੇ ਬਚਨ ਦਰਜ ਕੀਤੇ ਅਸੀਂ ਉਹ ਰੋਜ਼ ਸੁਣਦੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ठाकुर का पयो, जिसका सबस आधारो, जे को खावे जे को पुंचे, तिसका होए उधारो। भाई नाम रस जेड़ा है वो सुखदाई है। हाँ जी। फसे जे उनमें होत बेकारा, अहे नाम के रस अबकारा। जेड़े लोग इन्हां रसां कसां दे विच फसे ने वही वकारी। ये भी एक वकार है कि सारा दिन मनुख इस खाण दे ख्याल में ही जिंदगी गुजार लैंदा है, पूरा दिन गुजार लैंदा है। जदों भी आप जी विद्वानां तो सुनोगे तो एक ही गल समझ आएगी, खाना चाहिए पर जिउंदे रहन वास्ते। जिहड़ियां चीज़ां जिउंदे रहन वास्ते जरूरी ने वो पौष्टिक चीज़ां जरूर खाणियां चाहीदियां ने, उदां दे पदार्थ जरूर भुंजने चाहिए ने। जिउंदे रहन वास्ते खाना ये अकलमंदी है, पर केवल खाण पीण वास्ते ही जिउंदे रहना ये मूर्खता है कि बंदा इस करके तुरया फिरदा भी चलो इत्थों खा लो तो उत्थों खा लो। नहीं, खाण पीण वास्ते नहीं जीवना। हाँ, जिउंदे रहन वास्ते जो जरूरत है वो जरूर खाना चाहिए। ये तो वेखो गुरु नानक दे घर का सिद्धांत यह है। वखरे वखरे धर्मां दियां वखरियां वखरियां मनौतां ने, पर गुरु नानक जी दे घर विच छोड़े अन्न, करे पखंड, ना वो सुहागण ना वो रड। इत्थे तो रोटी छड्डनी गुनाह है, उल्टा पाप है। थोड़ी खानी बहुत वड्डा पुण्य है, बहुती खानी बहुती वड्डी मूर्खता है। इन्हां तिन्नां गल्लां नूं फिर पल्ले बन लईए। रोटी नहीं खाओगे ये पाप है, रोटी घट खाओगे ये बहुत वड्डा पुण्य है, पर रोटियां बहुतियां खाओगे ये बड़ी वड्डी मूर्खता है। ये शरीर वास्ते तुहाडे जीवन वास्ते दुखदाई है। सुन के बच मंत्री बिसमाना, बहुरो गमण्यो निकट रजाना। वजीर बड़ा हैरान होया भी दूजे देश का बंदा आवे तो 36 प्रकार के भोजन आउण। हुणे तो उन्होंने भी पता सी। देखो दिल्ली होवे तो आपां कहंदे भी सुखदेव के ढाबे तो हो सकता है उन्होंने रोटी खाधी होवे, मुरथल के ढाबियां तो खा ली होवे। अज की तरीक च तो यही है ना। अमूमन साडे घरां च रिश्तेदार की साडे अपने परिवारां दे जी दरबार साहब तो बाई रोड आउण, पुछो भी रोटी, वो कहते जी खाए राज, बड़े ढाबे ने, हवेलियां ने। पर जिस युग की आपां कथा सुनते उदों ये कल्चर ही नहीं सी हुंदा, ये चीज़ां हुंदियां ही नहीं सी। बड़ा तरस के बंदे नूं खाण वास्ते भोजन मिलदा सी। वजीर भी हैरान हो गया भी समुंदर पार करके आए ने ते सगों खुश होना चाहिए सी भी भाई आए आ तो आउंदियां ही कई प्रकार के पदार्थ मिल गए खाने वास्ते। पर इन्हां ने तो हाथ नहीं लाया। सतगुरां ने बुरकी नहीं तोड़ी रोटी दी। रोटी होएगी या चावल होएगा या उत्थों दी जिहड़ी जिंदगी है उहदे मुताबिक जो भी पदार्थ वो लैके आए, सतगुरां ने नहीं खाधे। मंत्री होर प्रभावित होया, वो फिर वापस मुड़दा है, फिर राजे कोल जांदा है। अज समा समाप्त है, सतगुरु कृपा करन। अगली कथा आपां कल गुरु की गोद विच बैठ के सुनीए। भुल्लां बख्शो जी, फतेह बुलाओ। वाहिगुरु जी का खालसा, वाहिगुरु जी की फतेह।